सो पट्टी साहब अगली गल करा बीजेपी के लीडर अनिल जोशी उन्होंने बीजेपी का नोटिस आया है किसानों के हक च बोल रहे आके जवाब दो कि क्यों तुम पार्टी के खिलाफ जोड़ा है बोल रहे हो। पर हुण जोशी ये गल कहंदा भी वेखो किसान साडी देश की रीढ़ की हड्डी आ जी। जे किसान अनाज नहीं पैदा करू तो सब कुछ खत्म हो जू। बिल्कुल किसानों की गल करिए गुरनाम सिंह चडूनी भी कह रहा है कि मिशन पंजाब जिहड़ा आ वो शुरू करना चाहिए आ क्यों वो ये कहते हैं कि जे असीं इलैक्शन पॉलिटिक्स पै गए तो फिर साडी अज दी सेवा खत्म हो जानी। ਜਿਹੜੇ ਅਸਾਮ ਦਾ ਉੱਥੇ ਕਿਸਾਨਾਂ ਦਾ ਆਗੂ ਸੀ ਉਹਦੇ ਆਪਣੇ ਬੰਦੇ ਖੜੇ ਕੀਤੇ ਲੇਕਿਨ ਆਪ ਬੜੀ ਮੁਸ਼ਕਲ ਨਾਲ ਜਿੱਤੇ ਬੜੀ ਮੁਸ਼ਕਲ ਉਹਦੇ ਮੁਤਾਬਕ ਜੇ ਕਿਸਾਨ ਆਪਣੇ ਬੰਦੇ ਖੜੇ ਕਰਦੇ ਆ ਤੇ ਘੱਟੋ ਘੱਟ 30 ਤੋਂ ਲੈ ਕੇ 35 40 ਤੱਕ ਜਿਹੜੇ ਆਪਣੇ ਐਮਐਲਏ ਬਣਾ ਸਕਦੇ ਆ ਜੀ ਕਿ ਜੇ ਤੁਸੀਂ ਦੂਜਿਆਂ ਨੂੰ ਵੀ ਦੋਸ਼ੀ ਠਹਿਰਾਉਂਦੇ ਹੋ ਤੁਸੀਂ ਆਪ ਇਲੈਕਸ਼ਨ ਲੜ ਕੇ ਆਪਣੀ ਗੱਲ ਕਰੋ ਜਾ ਕੇ ਉੱਥੇ ਜੀ। ਸੁਧੀਰ ਸੂਰੀ ਵਰਗੇ ਜਿਹੜੇ ਆ ਉਹ ਬਾਰ-ਬਾਰ ਇਹ ਗੱਲਾਂ ਕਰਦੇ ਨੇ ਜਿਹੜਾ ਇਹਨਾਂ ਦੇ ਉੱਤੇ ਸਖਤੀ ਕਿਉਂ ਨਹੀਂ ਕੀਤੀ ਜਾਂਦੀ ਕਿ ਉੱਤੇ ਉਹ ਲਗਾਤਾਰ ਸਿੱਖਾਂ ਪ੍ਰਤੀ ਜਾਂ ਧਾਰਮਿਕ ਸਥਾਨਾਂ ਪ੍ਰਤੀ ਜਿਹੜੀ ਆ ਉਹ ਭੱਦੀ ਸ਼ਬਦਾਵਲੀ ਵਰਤਦਾ ਹੈ। ਸੁਰੱਖਿਆ ਲੈਣੀ ਕੋਈ ਵੱਡੀ ਗੱਲ ਨਹੀਂ ਹੁੰਦੀ। ਸੁਰੱਖਿਆ ਲੈਣ 400 ਹੀ ਕੁਛ ਨਹੀਂ ਹੋਣ ਲੱਗਾ। ਜਦੋਂ ਜਗਤਾਰ ਸਿੰਘ ਹਵਾਰਾ 3 ਭੁਗਤਾ ਰਹੇ ਸੀ ਚੰਡੀਗੜ੍ਹ ਜੀ ਉਦੋਂ ਨਿਸ਼ਾਂਤ ਸ਼ਰਮਾ ਜਿਹੜਾ ਸ਼ਿਵ ਸੈਨਾ ਵਾਲਾ ਸੀ ਜੀ ਉਹ ਗਾਹ ਕੇ ਗੱਲ ਪੈਣ ਲੱਗਾ ਸੀ ਚਪੇੜ ਮਾਰੀ 3 ਬਾਜ਼ੀਆਂ ਲੱਗੀਆਂ ਸੀ ਉਹਦੀ। ਤੇ ਨਵਜੋਤ ਸਿੰਘ ਸਿੱਧੂ ਦਾ ਕੋਈ ਮਾਮਲਾ ਨਿਬੜੇਗਾ ਜਾਂ ਨਹੀਂ ਨਿਬੜੇਗਾ ਵਾਕਿਆ ਹੀ ਉਹਨਾਂ ਨੂੰ ਕੋਈ ਅਹੁਦਾ ਮਿਲੇਗਾ। ਉਹਦੀ ਘਰਵਾਲੀ ਨੇ ਬਿਆਨ ਦਿੱਤਾ ਸੀ ਵੀ ਮੇਰੇ ਪਤੀ ਨੇ 30 ਕਰੋੜ ਰੁਪਇਆ ਸਾਲਾਨਾ ਛੱਡਿਆ ਵਾ ਜੀ ਪੰਜਾਬ ਦੀ ਖਾਤਰ। ਪੰਜਾਬ ਦੀ ਖਾਤਰ ਰਾਜ ਸਭਾ ਛੱਡੀ ਆ ਪੰਜਾਬ ਦੀ ਖੱਲਾ ਬੀਜੇਪੀ ਛੱਡੀ ਆ ਜੀ ਪੰਜਾਬ ਦੀ ਖਾਤਰ ਕਾਲੀਆਂ ਨੇ ਵਿਗਾੜੀ ਆ ਜੀ। ਇਸ ਕਰਕੇ ਉਹ ਜਿਹੜੀ ਗੱਲ ਕਰਦੇ ਨੇ ਨਵਜੋਤ ਸਿੰਘ ਸਿੱਧੂ ਨੇ ਕੋਈ ਮੰਗ ਨਹੀਂ ਕੀਤੀ ਕਿ ਜੇ ਕਿਤੇ ਇਲੈਕਸ਼ਨ ਜਿੱਤਣੀ ਆ ਤੇ ਉਹਦੇ ਵਿੱਚ ਸਿੱਧੂ ਨੂੰ ਅੱਗੇ ਲਾਉਣਾ ਬਹੁਤ ਜ਼ਰੂਰੀ ਹੈ ਜੀ ਕਿਉਂ ਸਿੱਧੂ ਕਰਾਊਡ ਪੁੱਲਰ ਆ ਨੌਜਵਾਨ ਅੱਜ ਵੀ ਸਿੱਧੂ ਨਾਲ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਵਿਸ਼ਵ ਭਰ ਦੇ ਸਰੋਤਿਆਂ ਦਾ ਸਵਾਗਤ ਹੈ। ਖਬਰਾਂ ਦੇ ਉੱਤੇ ਚਰਚਾ ਕਰਾਂਗੇ, ਬੜੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ। ਸੋ ਆਓ ਸਭ ਤੋਂ ਪਹਿਲਾਂ ਆਪਣੇ ਗੈਸਟ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ ਹੋਰਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਸਿੰਗਾਪੁਰ ਦੀ। ਸਿੰਗਾਪੁਰ ਦੇ ਵਿੱਚ ਇੱਕ ਵਾਰ ਫਿਰ ਵਿਸ਼ਵ ਭਰ ਦੇ ਵਿੱਚ ਵਾਸਤੇ ਸਿੱਖਾਂ ਦੀ ਸਿੰਗਾਪੁਰ ਦੇ ਵਿੱਚ ਵਾਪਰੀ ਘਟਨਾ ਨੇ ਬੱਲੇ ਬੱਲੇ ਕਰਵਾਈ ਆ ਕਿ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਦਸਤਾਰ ਸਜਾ ਕੇ ਤੇ ਆ ਕੇ ਫਤਿਹ ਜਿਹੜੀ ਆ ਉਹ ਬੁਲਾਈ ਆ। ਸੋ ਇਸ ਚੀਜ਼ ਨੂੰ ਜੇਕਰ ਦੇਖਿਆ ਜਾਵੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਵਧਾਈ ਦਿੱਤੀ ਆ। ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਚੰਗੀ ਗੱਲ ਆ ਜੀ। ਜੀ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਆ ਇੱਕ ਰੈਨੋਵੇਟਰ ਕੀਤਾ ਸੀ, ਗੁਰਦੁਆਰਾ ਰੈਨੋਵੇਟ ਕੀਤਾ ਸੀ ਜੀ। ਉਹਦਾ ਉਦਘਾਟਨ ਕਰਨਾ ਸੀ ਤੇ ਉਹਨਾਂ ਕਿਹਾ ਭਾਈ ਮੈਂ ਦਸਤਾਰ ਸਜਾ ਕੇ ਸ਼ਾਮਲ ਹੋਊਂਗਾ, ਤੁਹਾਡੇ ਵਾਂਗੂ ਸਿੱਖ ਬਣ ਕੇ ਸ਼ਾਮਲ ਹੋਊਂਗਾ ਜੀ। ਉਹਨਾਂ ਦੀ ਇੱਛਾ ਦੇ ਉੱਤੇ ਬਕਾਇਦਾ ਤੌਰ ਤੇ ਉਹਨਾਂ ਨੂੰ ਸਫੈਦ ਕਲਰ ਦੀ ਜਿਹੜੀ ਸੀ ਵਾਈਟ ਕਲਰ ਦੀ ਦਸਤਾਰ ਸਜਾਈ ਗਈ ਜੀ। ਔਰ ਮਾਈਕ ਤੇ ਆਉਂਦਿਆਂ ਸਭ ਤੋਂ ਪਹਿਲਾਂ ਉਹਨਾਂ ਨੇ ਸੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਸਤਿ ਸ੍ਰੀ ਅਕਾਲ ਜਿਹੜੇ ਜਕਾਰੇ ਬੁਲਾਏ ਉਹਨਾਂ ਜੀ। ਔਰ ਉਹਨਾਂ ਨੇ ਇੰਨੀ ਗੱਲ ਕਹੀ ਵੀ ਸਿੱਖ ਜਿੱਥੇ ਵੀ ਗਏ ਉਹਨਾਂ ਆਪਣੀ ਇੱਕ ਵੱਖਰੀ ਕਿਸਮ ਦੀ ਛਾਪ ਛੱਡੀ ਤੇ ਅੱਜ ਵੀ ਇਸ ਗੁਰਦੁਆਰੇ ਦੇ ਵਿੱਚ ਲਗਭਗ 2000 ਵਿਅਕਤੀਆਂ ਨੂੰ ਡੇਲੀ ਲੰਗਰ ਛਕਾਇਆ ਜਾਂਦਾ, ਸੇਵਾ ਕੀਤੀ ਜਾਂਦੀ ਹੈ ਜੀ। ਇਹ ਸੇਵਾ ਸਿਰਫ ਸਿੱਖਾਂ ਦੇ ਹਿੱਸੇ ਆਈ, ਹੋਰ ਕੋਈ ਕੌਮ ਨਹੀਂ ਕਰ ਰਹੀ ਸੀ ਕਿ ਇੰਨੀ ਸੇਵਾ ਜਿਹੜੀ ਕਰ ਰਹੇ ਨੇ। ਬਿਲਕੁਲ। ਇਸ ਕਰਕੇ ਸਿੱਖ ਵਧਾਈ ਦੇ ਪਾਤਰ ਨੇ। ਬਾਬੇ ਨਾਨਕ ਨੂੰ ਅਸੀਂ ਜਿਹੜੀ ਉਹਨੂੰ ਸਜਦਾ ਕਰਦੇ ਹਾਂ ਜਿਨ੍ਹਾਂ ਨੇ ਇਹ ਇੱਕ ਵਪਾਰ ਕੀਤਾ ਛੋਟਾ ਜਿਹਾ ਤੇ ਵਪਾਰ ਕਰਕੇ ਜਿਹੜਾ ਸੀ ਅੱਜ ਤੱਕ ਉਹ ਲੰਗਰ ਚੱਲਦਾ ਵਾ ਤੇ ਉਹਨਾਂ ਦੀ ਇਸ ਕਾਰਗੁਜ਼ਾਰੀ ਤੇ ਸੰਤੁਸ਼ਟੀ ਪਰ ਕੀਤੀ ਸਾਡੇ ਜਿਹੜੇ ਕੇਂਦਰੀ ਮੰਤਰੀ ਸਾਰੇ ਹਰਦੀਪ ਸਿੰਘ ਪੁਰੀ ਆ ਜੀ, ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੀ ਨਰਿੰਦਰ ਮੋਦੀ ਜੀ ਨੇ ਬਕਾਇਦਾ ਤੌਰ ਤੇ ਵਧਾਈ ਦਿੱਤੀ ਵੀ ਤੁਸੀਂ ਠੀਕ ਸਮੇਂ ਤੇ ਠੀਕ ਕਦਮ ਚੁੱਕਿਆ। ਕਿਉਂਕਿ ਨਰਿੰਦਰ ਮੋਦੀ ਜੀ ਜਦੋਂ ਐਮਰਜੈਂਸੀ ਸੀ ਪੰਜਾਬ 'ਚ ਰਹੇ ਸੀ ਤੇ ਉਹ ਬਕਾਇਦਾ ਤੌਰ ਤੇ ਦਸਤਾਰ ਵੀ ਸਜਾਉਂਦੇ ਸੀ, ਦਾੜਾ ਬੰਨ੍ਹਦੇ ਸੀਗੇ ਜੀ। ਉਸ ਟਾਈਮ ਤੇ 19 ਮਹੀਨੇ ਉਹਨਾਂ ਦਸਤਾਰ ਸਜਾਈ ਆ। ਇਸ ਕਰਕੇ ਉਹਨਾਂ ਦਸਤਾਰ ਦੀ ਅਹਿਮੀਅਤ ਦਾ ਪਤਾ ਤੇ ਪ੍ਰਧਾਨ ਮੰਤਰੀ ਸਾਨੂੰ ਜਿੱਥੇ ਇਹ ਗੱਲ ਉਹਨਾਂ ਵਧਾਈ ਦੇਣ ਨਾਲ ਜਿੱਥੇ ਉੱਥੇ ਸਿੱਖਾਂ ਨੂੰ ਸੰਤੁਸ਼ਟੀ ਹੋਈ ਆ ਉੱਥੇ ਦੇਸ਼ ਦਾ ਨਾਮ ਵੀ ਜਿਹੜਾ ਵਾ ਪੂਰੀ ਦੁਨੀਆ 'ਚ ਵੀ ਸਿੱਖ ਉੱਥੇ ਵਸਦੇ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਵਧਾਈ ਦੇ ਕੇ ਜਿਹੜਾ ਸੀ ਇੱਕ ਬੜਾ ਵੱਡਾ ਕਾਰਨਾਮਾ ਕੀਤਾ ਜੀ। ਬਿਲਕੁਲ। ਇੱਕ ਵਾਰ ਫਿਰ ਸਿੱਖ ਪਹਿਚਾਣ ਜਿਹੜੀ ਆ ਉਹਦਾ ਸਾਰੀ ਵਿਸ਼ਵ ਦੇ ਵਿੱਚ ਜਿਹੜਾ ਆ ਉਹ ਪਤਾ ਲੱਗਿਆ ਆ। ਸੋ ਬਹੁਤ ਵਧੀਆ ਇਹ ਗੱਲ ਸੀਗੀ। ਸੋ ਪੱਟੀ ਸਾਹਿਬ ਅਗਲੀ ਗੱਲ ਕਰਾਂ ਬੀਜੇਪੀ ਦੇ ਲੀਡਰ ਅਨਿਲ ਜੋਸ਼ੀ ਜਿਹੜੇ ਕਿ
2 ਵਾਰ MLA ਵੀ ਰਹੇ ਆ, ਮੰਤਰੀ ਵੀ ਰਹੇ ਆ, ਉਹਨਾਂ ਨੂੰ BJP ਦਾ ਨੋਟਿਸ ਆਇਆ ਹੈ, ਕਿਸਾਨਾਂ ਦੇ ਹੱਕ 'ਚ ਬੋਲ ਰਹੇ ਸੀ, ਕਈ ਇੰਟਰਵਿਊ ਉਹਨਾਂ ਦੇ ਆਏ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਨੋਟਿਸ ਭੇਜਿਆ ਵੀ ਆਓ ਆ ਕੇ ਜਵਾਬ ਦਿਓ ਵੀ ਕਿਉਂ ਤੁਸੀਂ ਪਾਰਟੀ ਦੇ ਖਿਲਾਫ ਜਿਹੜਾ ਹੈ ਉਹ ਬੋਲ ਰਹੇ ਹੋ। ਪਰ ਉਹ ਕਹਿ ਰਹੇ ਮੈਂ ਜੋ ਬੋਲ ਰਿਹਾ ਸਹੀ ਬੋਲ ਰਿਹਾ ਆ। ਪੰਜਾਬ ਦੀ ਜਿਹੜੀ BJP ਦੀ ਲੀਡਰਸ਼ਿਪ ਆ ਉਹਨੇ ਸਹੀ ਜਾਣਕਾਰੀ ਜਿਹੜੀ ਆ ਉਹ ਸੈਂਟਰ ਗਵਰਨਮੈਂਟ ਤੱਕ ਆਪਣੇ ਸੀਨੀਅਰ ਲੀਡਰਾਂ ਤੱਕ ਨਹੀਂ ਪਹੁੰਚਾਈ, ਤਾਂ ਕਰਕੇ ਇਹ ਹਾਲਾਤ ਜਿਹੜੇ ਆ ਉਹ ਬਣੇ ਪਏ ਆ। ਕਿਉਂਕਿ ਪਿਛਲੇ ਦਿਨਾਂ 'ਚ ਕਿਸਾਨਾਂ ਨੇ ਝੋਨਾ ਵੀ ਹਰਜੀਤ ਗਰੇਵਾਲ ਦਾ ਜਿਹੜਾ ਉਹ ਪੁੱਟ ਦਿੱਤਾ ਸੀਗਾ, ਤੇ ਹੋਰ ਵੀ ਕਈ ਘਟਨਾਵਾਂ ਜਿਹੜੀਆਂ ਲੀਡਰਾਂ ਨਾਲ ਵਾਪਰ ਰਹੀਆਂ ਨੇ ਉਹ ਵੀ ਧਿਆਨ ਦੇ ਵਿੱਚ ਨੇ। ਪਹਿਲੀ ਗੱਲ ਤੇ ਇਹ ਆ ਵੀ ਅਨਿਲ ਜੋਸ਼ੀ ਪਹਿਲੀ ਵਾਰੀ ਨਹੀਂ, ਜਦੋਂ ਇਹਨਾਂ ਦੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਉੱਥੇ ਵੀ 2 ਵਾਰੀ ਇਹਨਾਂ ਨੇ ਕਿਹਾ ਭਾਈ ਕਿਸਾਨਾਂ ਦਾ ਮਸਲਾ ਹੱਲ ਕਰੋ, ਪੰਜਾਬ ਦੇ ਵਿੱਚੋਂ ਪਾਰਟੀ ਡੁੱਬਦੀ ਜਾ ਰਹੀ ਹੈ। ਉੱਥੇ ਵੀ ਕਿਸੇ ਸੁਣੀ ਨਹੀਂ, ਫਿਰ ਹਾਰ ਕੇ ਉਹਨਾਂ ਨੂੰ ਜਨਤਕ ਤੌਰ ਤੇ ਗੱਲ ਕਹਿਣੀ ਪਈ ਵੀ ਮੈਂ ਹਾਈ ਕਮਾਂਡ ਨੂੰ ਬੇਨਤੀ ਵੀ ਕਰਦਾ ਵੀ ਅਪੀਲ ਵੀ ਕਰਦਾ, ਜੇ ਪੰਜਾਬ 'ਚ ਸਰਵਾਈਵ ਕਰਨਾ ਤੇ ਸਾਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਪੈਗੀ ਜੀ। ਲੇਕਿਨ ਕੁਝ ਲੋਕ ਜਿਹੜੇ ਉਹਨਾਂ ਦੇ ਖਿਲਾਫ ਨੇ ਉਹਨਾਂ ਨੇ ਤਾਂ ਗਲਤ ਨੋਟਿਸ ਲਿਆ, ਨੋਟਿਸ ਲੈ ਕੇ ਉਹਨਾਂ ਨੂੰ ਨੋਟਿਸ ਸ਼ੋਕਾਂ ਨੂੰ ਜਾਰੀ ਕਰਤਾ। ਜੇ ਥੋੜੀ ਜਿਹੀ ਆਪਾਂ ਗੱਲ ਕਰ ਲਈਏ ਅਨਿਲ ਜੋਸ਼ੀ ਜੀ, ਅਨਿਲ ਜੋਸ਼ੀ ਜਿਹੜਾ ਸੀ 1984 ਦੇ ਵਿੱਚ ਜਿਹੜਾ ਸੀ ਉਹਨੇ RS ਦੀ ਜਿਹੜੀ ਸੀ ਉਹ ਮੈਂਬਰਸ਼ਿਪ ਲਈ ਸੀਗੀ, ਤੇ 2007 ਦੇ ਵਿੱਚ ਸਿਆਸਤ 'ਚ ਆਇਆ ਸੀ। ਤੇ ਉਸ ਟਾਈਮ ਤੇ ਜੋ ਸਿੱਧੂ ਸਾਹਿਬ ਆਏ, ਸਿੱਧੂ ਸਾਹਿਬ ਦੇ ਬੜੇ ਨੇੜਿਆਂ 'ਚ ਹੁੰਦਾ ਸੀ ਜੀ। ਨਵਜੋਤ ਸਿੰਘ ਸਿੱਧੂ ਦੇ ਨੇੜਿਆਂ 'ਚ ਹੋਣ ਕਰਕੇ ਜਦੋਂ ਉਹਨੇ ਇਲੈਕਸ਼ਨ ਲੜੀ ਆ ਤਾਂ ਉਹਦਾ ਖਰਚਾ ਨਵਜੋਤ ਸਿੰਘ ਸਿੱਧੂ ਨੇ ਆਪਣੀ ਜੇਬ 'ਚੋਂ ਕੀਤਾ ਸੀ, ਉਹਨੂੰ MLA ਬਣਾਇਆ ਸੀ ਜੀ। ਲੇਕਿਨ ਬਹੁਤੀ ਦੇਰ ਇਹਨਾਂ ਦੇ ਨਿਭ ਨਹੀਂ ਸਕੀ, ਮੁੜ ਕੇ ਇਹ ਵੱਖੋ ਵੱਖਰੇ ਰਸਤੇ ਹੋ ਗਏ। ਲੇਕਿਨ ਅਨਿਲ ਜੋਸ਼ੀ ਦੇ ਜਦੋਂ ਇਹ ਮੰਤਰੀ ਬਣਿਆ ਆਪਣੇ ਹਲਕੇ ਦਾ ਕੰਮ ਬਹੁਤ ਜ਼ਿਆਦਾ ਕੀਤਾ, ਜਿਹੜੇ ਕੰਮ ਨਹੀਂ ਹੋ ਸਕਦੇ ਸੀ ਨਾ, ਜਿਹੜੇ ਹੱਥਾਂ ਕਰਦੇ ਸੀ ਉਹ ਕੰਮ ਵੀ ਇਹਨਾਂ ਕਰਾਏ। ਸਭ ਤੋਂ ਵੱਡਾ ਨਾਲੇ ਦਾ ਕੰਮ ਸੀਗਾ, ਜਿਹਨੂੰ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ ਸੀ। ਇਹਨੇ ਕਿਹਾ ਨਹੀਂ ਜਿੰਨੇ ਪੈਸੇ ਲੱਗਦੇ ਮੈਂ ਪੇ ਕਰਾਂਗੇ, ਅਸੀਂ ਇਹਦਾ ਕੰਮ ਕਰੋ ਜੀ। ਇਹਨਾਂ ਨਾਲਾ ਵੀ ਬੰਦ ਕੀਤਾ ਤੇ ਉਹਦੇ ਉੱਤੇ ਪੁਲ ਬਣਾ ਕੇ ਜਾਂ ਉਹਦੇ ਉੱਤੇ ਸੜਕ ਬਣਾ ਕੇ ਇੱਕ ਵੱਖਰੀ ਨਵੀਂ ਸੜਕ ਦਿੱਤੀ ਸ਼ਹਿਰ ਦੇ ਵਿੱਚ, ਜਿਹਦੇ ਨਾਲ ਜਿਹੜੇ ਟ੍ਰੈਫਿਕ ਨੂੰ ਕਾਫੀ ਬਿਲਕੁਲ ਕਾਫੀ ਕੰਮ ਜਿਹੜੇ ਆ ਉਹ ਕੀਤੇ। ਹੁਣ ਅੱਜ ਵੀ ਉਹਦਾ ਜੇ ਕਿਤੇ ਅਕਾਲੀ ਭਾਜਪਾ ਦੀ ਹਾਲਤ ਇੰਨੀ ਨਾ ਮਾੜੀ ਹੁੰਦੀ ਜਿੰਨੀ ਪਹਿਲਾਂ ਮਾੜੇ ਕਰਮ ਕੀਤੇ ਸੀ, ਤੇ ਜੋਸ਼ੀ ਕਦੀ ਨਹੀਂ ਸ਼ਿਆਰਦਾ। ਜੋਸ਼ੀ ਦੀ ਜਦੋਂ ਗਿਣਤੀ ਕੀਤੀ ਗਈ ਉਹਦੇ ਮੁਕਾਬਲੇ ਜੋ ਬੰਦਾ ਖੜਾ ਕੀਤਾ ਸੀ ਕਾਂਗਰਸ ਨੇ, ਕੋਈ ਇੰਨੀ ਯੋਗਾ ਨਹੀਂ ਸੀਗਾ ਵੀ ਉਹ ਇਲੈਕਸ਼ਨ ਜਿੱਤ ਸਕੇ। ਲੇਕਿਨ ਉਸ ਟਾਈਮ ਤੇ ਸਿਰਫ ਜਿਹੜਾ ਸੀ ਹਾਲਾਤਾਂ ਨੇ ਉਹਨੂੰ ਇਲੈਕਸ਼ਨ ਜਿਤਾਤੀ ਤੇ ਜੋਸ਼ੀ ਵਿਚਾਰਾ ਹਾਰ ਗਿਆ। ਹੁਣ ਜੋਸ਼ੀ ਇਹ ਗੱਲ ਕਹਿੰਦਾ ਵੀ ਵੇਖੋ ਕਿਸਾਨ ਸਾਡੀ ਦੇਸ਼ ਦੀ ਰੀੜ੍ਹ ਦੀ ਹੱਡੀ ਆ ਜੀ, ਜੇ ਕਿਸਾਨ ਅਨਾਜ ਨਹੀਂ ਪੈਦਾ ਕਰੂ ਤਾਂ ਸਭ ਕੁਝ ਖਤਮ ਹੋ ਜੂ। ਬਿਲਕੁਲ, ਇਸ ਕਰਕੇ ਕਿਸਾਨਾਂ ਨਾਲ ਗੱਲਬਾਤ ਕਰੋ। ਉਹਨੇ ਬਿਲਕੁਲ ਕੇਂਦਰੀ ਕਿਸੇ ਵੀ ਕਮਾਂਡ ਦੀ, ਹਾਈ ਕਮਾਂਡ ਦੀ ਜਾਂ ਸਟੇਟ ਸੂਬਾ ਦੀ ਕੋਈ ਵਿਰੋਧਤਾ ਨਹੀਂ ਕੀਤੀ। ਸਿਰਫ ਉਹਨੇ ਇੱਕੋ ਗੱਲ ਕਹੀ ਹੈ ਵੀ ਭਾਈ ਕਿਸਾਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਦਾ ਕੰਮ ਨਿਬੇੜੋ ਕਿਸੇ ਤਰੀਕੇ ਨਾਲ। ਜੇ ਉਹਨਾਂ ਦੀਆਂ ਮੰਗਾਂ ਹੈਗੀਆਂ ਕੋਈ ਬਹੁਤੀਆਂ ਨਹੀਂ ਹੈਗੀਆਂ ਜੀ। ਹੁਣ ਜੋਸ਼ੀ ਸਾਹਿਬ ਇਹ ਕਹਿੰਦੇ ਆ ਵੀ ਜਦੋਂ ਇੱਥੇ ਪੰਜਾਬ ਦੇ ਵਿੱਚ ਮੋਰਚਾ ਸੀ ਉਸ ਟਾਈਮ ਤੇ ਇਹ ਥੋੜੇ ਜਿਹੇ ਕਿਸਾਨ ਇਕੱਠੇ ਕਰ ਲੈਂਦੇ ਸੀ ਆਪਣੇ ਨਾਲ ਦੇ ਜੀ, ਕਹਿ ਦਿੰਦੇ ਸੀ ਕਿਸਾਨ ਬੜੇ ਸੰਤੁਸ਼ਟ ਆ ਜੀ। ਉਦੋਂ ਬੜੀ ਜਲਦੀ ਕੰਮ ਮੁੱਕ ਜਾਣਾ ਸੀ ਜੇ ਕਿਤੇ ਸਿਆਣਪ ਵਰਤੇ ਤੇ ਜੀ ਜੀ, ਪਰ ਇਹਨਾਂ ਨੇ ਉਦੋਂ ਸਿਆਣਪ ਨਹੀਂ ਵਰਤੀ। ਤੁਹਾਨੂੰ ਪਤਾ ਹੋਏਗਾ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਆ ਤੇ ਬੰਸੀ ਲਾਲ ਉਦੋਂ ਮੁੱਖ ਮੰਤਰੀ ਹੁੰਦਾ ਸੀ ਹਰਿਆਣੇ ਦਾ ਜੀ, ਇਹਨੇ ਹਰਿਆਣੇ 'ਚੋਂ ਬੰਦੇ ਭੇਜਣੇ ਤੇ ਰੋਜ਼ ਦਿੱਲੀ 'ਚ ਮੁਜ਼ਾਹਰਾ ਕਰਨਾ ਵੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਬਹੁਤ ਚੰਗਾ ਕੀਤਾ ਜੀ, ਬਹੁਤ ਚੰਗਾ ਕੀਤਾ। ਇੰਦਰਾ ਗਾਂਧੀ ਬੱਲੇ ਬੱਲੇ ਕਰਾਉਣੀ, ਇੰਦਰਾ ਗਾਂਧੀ ਬੜੀ ਖੁਸ਼ ਹਾਂ ਵੀ ਲੋਕ ਮੇਰੇ ਹੱਕ 'ਚ ਨਾਅਰੇ ਮਾਰਦੇ ਆ। ਨਤੀਜਾ ਉਹਦਾ ਕੀ ਹੋਇਆ ਵੀ ਜਿਹੜੀ ਉਦੋਂ ਕਾਂਗਰਸ ਬੜੀ ਬੁਰੀ ਤਰ੍ਹਾਂ ਹਰੀ ਤੇ ਇੰਦਰਾ ਗਾਂਧੀ ਬਤੌਰ ਪ੍ਰਧਾਨ ਮੰਤਰੀ ਵੀ ਹਰ ਗਈ ਜੀ। ਅੱਜ ਵੀ ਸਿਚੁਏਸ਼ਨ ਉਹ ਬਣੀ ਆ ਜਿਹਦਾ ਇਸ ਵੇਲੇ ਜਿਹਦੀ ਡੰਕਾ ਵਜਾਇਆ ਵਾ ਅਨਿਲ ਜੋਸ਼ੀ ਨੇ, ਭਾਈ ਉਹ ਕੰਮ ਨਾ ਕਰੋ, ਇਹ ਲੋਕ ਤੁਹਾਨੂੰ ਗਮਰਾਹ ਕਰ ਰਹੇ ਨੇ ਜਿਹੜੇ 2-4 ਹੈਗੇ ਆ। ਇੱਥੋਂ ਤੱਕ ਆ ਵੀ ਮੇਰੇ ਖਿਲਾਫ ਉਹ ਲੋਕ ਨੇ ਜਿਹਨਾਂ ਨੂੰ ਆਪ ਕੌਂਸਲ ਦੀ ਇਲੈਕਸ਼ਨ ਨਹੀਂ ਜਿੱਤ ਸਕੇ। ਬਿਲਕੁਲ, ਸ਼ਹਿਰ ਦਾ ਮੇਅਰ ਹੋਵੇ, ਇਲੈਕਸ਼ਨ ਲੜੇ ਤੇ ਕੌਂਸਲ ਨਾ ਬਣ ਸਕੇ ਜੀ। ਲੇਕਿਨ ਉਹਦੀ ਚਮਚਾਗਿਰੀ ਕਰਕੇ ਜਿਹੜੀ ਸੀ ਉਹਨੂੰ ਪਹਿਲਾਂ ਸਟੇਟ ਪ੍ਰੈਜ਼ੀਡੈਂਟ ਬਣਾਇਆ ਜੀ ਭਾਜਪਾ ਦਾ, ਤੇ ਫਿਰ ਉਹਨੂੰ ਰਾਜ ਸਭਾ ਮੈਂਬਰ ਬਣਾਇਆ। ਹੁਣ ਜੋਸ਼ੀ ਉਹਨੇ ਦੋਸ਼ ਲਾਉਂਦੇ ਉਹਨਾਂ ਦੇ ਉੱਤੇ ਜੀ। ਇੱਕ ਉਹ ਸਾਡੇ ਤਰਨ ਚੁੱਗ ਨੇ ਜਿਨ੍ਹਾਂ ਨੇ ਅੱਜ ਤੱਕ ਕੋਈ ਇਲੈਕਸ਼ਨ ਜਿੱਤੀ ਨਹੀਂ, ਉਹਨਾਂ ਦੇ ਦੋਸ਼ ਲਾਉਂਦੇ ਨੇ ਵੀ ਉਹ ਵੀ ਮੇਰੇ ਖਿਲਾਫ ਆ। ਲੇਕਿਨ ਉਹ ਕਹਿੰਦੇ ਵੀ ਮੈਨੂੰ ਨੋਟਿਸ ਆਇਆ ਤੇ ਮੈਂ ਜਵਾਬ ਉਹੀ ਦੇਵਾਂਗਾ ਜੋ ਮੈਂ ਜਨਤਕ ਤੌਰ ਤੇ ਕਹਿਣਾ ਵੀ ਕਿਸਾਨਾਂ ਦਾ ਮਸਲਾ ਹੱਲ ਕੀਤਿਆਂ ਬਗੈਰ ਸਾਡੀ ਪੰਜਾਬ ਦੇ ਵਿੱਚ ਕੋਈ BJP ਦੇ ਆਧਾਰ ਨਹੀਂ ਜੇਗਾ ਜੀ।
ਜੇ ਬੀਜੇਪੀ ਨੂੰ ਬਚਾਉਣਾ ਵਾ ਹੂੰ ਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਪਊ, ਉਹਨਾਂ ਦੀਆਂ ਗੱਲਾਂ ਸੁਣਨੀਆਂ ਪਊ, ਉਹਨਾਂ ਦੇ ਮਸਲੇ ਹੱਲ ਕਰਨੇ ਪੈਣਗੇ। ਜੀ ਸਭ ਤੋਂ ਵੱਡੀ ਗੱਲ ਇਹ ਹੂੰ ਜਿਹੜੀ ਗੱਲ ਇਹ ਜੋਸ਼ੀ ਕਰ ਰਿਹਾ, ਜੀ ਜੋਸ਼ੀ ਕਹਿੰਦਾ ਵੀ ਮੈਂ ਪਾਰਟੀ ਨਹੀਂ ਛੱਡੀ, ਹੂੰ ਜੇ ਮੈਨੂੰ ਪਾਰਟੀ ਚੋਂ ਕੱਢ ਦੇਣਗੇ ਤੇ ਮੈਂ ਲੋਕਾਂ 'ਚ ਜਾਊਂਗਾ। ਜੀ ਕਿਸੇ ਦਾ ਵੀ ਬੰਦੇ ਸਿਆਸੀ ਭਵਿੱਖ ਦਾ ਫੈਸਲਾ ਲੋਕ ਕਰਦੇ ਹੁੰਦੇ ਨੇ, ਬਿਲਕੁਲ। ਪਾਰਟੀਆਂ ਨਹੀਂ ਕਰਦੀਆਂ। ਜਦੋਂ ਲੋਕਾਂ ਜਾਂਦੇ ਆ ਤਾਂ ਉਦੋਂ ਲੋਕ ਫੈਸਲਾ ਕਰਦੇ ਆ। ਮੈਂ ਲੋਕਾਂ ਜਾਊਂਗਾ। ਤੁਹਾਨੂੰ ਪਤਾ ਨਾ ਇਸੇ ਟੌਪਿਕ ਦੇ ਉੱਤੇ ਜਿਹੜਾ ਹੈਗਾ ਪ੍ਰਗਟ ਸਿੰਘ, ਉਹਨੇ ਵੀ ਕਿਹਾ ਵੀ ਜੇ ਸਾਨੂੰ ਪਾਰਟੀ ਚੋਂ ਕੱਢਿਆ ਸੀ ਲੋਕਾਂ ਜਾਵਾਂਗੇ ਜੀ, ਲੋਕਾਂ ਜਾ ਕੇ ਆਪਣੀ ਕਰਾਂਗੇ, ਲੋਕ ਫੈਸਲਾ ਕਰਨਗੇ ਵੀ ਸੀ ਠੀਕ ਸੀ ਗਲਤ ਸੀ ਜੀ। ਇਸ ਕਰਕੇ ਜੋਸ਼ੀ ਬਿਲਕੁਲ ਤਿਆਰ ਤਿਆਰ ਆ। ਜੇ ਪਾਰਟੀ ਚੋਂ ਕੱਢਣਾ ਕੱਢ ਦਿਓ, ਜੇ ਨਹੀਂ ਕੱਢਣਾ ਨਾ ਕੱਢੋ। ਉਹ ਆਂਦਾ ਮੈਂ 37 ਸਾਲ ਪਾਰਟੀ ਦੀ ਸੇਵਾ ਕੀਤੀ ਆ, ਜੇ ਸੇਵਾ ਦਾ ਇਵਜ਼ਾਨਾ ਮੈਨੂੰ ਮਿਲਣਾ ਇਹੀ ਤੇ ਫਿਰ ਕੋਈ ਗੱਲ ਨਹੀਂ ਜੀ। ਕਿ ਉਹ ਮਾਸਟਰ ਮੋਹਨ ਲਾਲ ਸਿੰਘ ਬੋਲੇ ਨੇ ਜੀ, ਕੇਡੀ ਭੰਡਾਰੀ ਵੀ ਬੋਲੇ ਨੇ, ਮਨੋਰੰਜਨ ਕਾਲੀ ਵੀ ਦਮੀ ਵਿੱਚ ਬੋਲੇ ਨੇ ਜੀ। ਸਾਰੇ ਇਸ ਗੱਲ ਤੇ ਬੋਲੇ ਵੀ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ। ਕਿਸਾਨਾਂ ਦੇ ਮਸਲੇ ਹੱਲ ਹੋਣ ਤੋਂ ਬਗੈਰ ਜੇ ਤੁਸੀਂ ਪੰਜਾਬ 'ਚ ਕਹਿੰਦੇ ਨਾ 117 ਸੀਟਾਂ ਲੜਨੀਆਂ ਅਸੀਂ ਤੇ ਫਿਰ ਤੇ ਵੀ ਉਮੀਦਵਾਰ ਐਲਾਨ ਕੇ ਘਰੇ ਬੈਠੇ ਰਹੋਗੇ, ਤੁਹਾਨੂੰ ਬਾਹਰ ਸੜਕ ਤੇ ਕਿਸੇ ਚੜ੍ਹਨ ਦੇਣਾ ਜੀ। ਇਹ ਤੇ ਜੋਸ਼ੀ ਦੀਆਂ ਗੱਲਾਂ ਕੁਛ ਹੱਦ ਤੱਕ ਸਹੀ ਹੈਗੀਆਂ ਜੀ, ਬਿਲਕੁਲ ਬਿਲਕੁਲ। ਪੱਟੀ ਸਾਹਿਬ ਦੂਸਰੇ ਪਾਸੇ ਕਿਸਾਨਾਂ ਦੀ ਗੱਲ ਕਰੀਏ, ਗੁਰਨਾਮ ਸਿੰਘ ਚਡੂਨੀ ਵੀ ਕਹਿ ਰਿਹਾ ਕਿ ਮਿਸ਼ਨ ਪੰਜਾਬ ਜਿਹੜਾ ਆ ਉਹ ਸ਼ੁਰੂ ਕਰਨਾ ਚਾਹੀਦਾ ਆ, ਕਿਉਂਕਿ ਇਲੈਕਸ਼ਨ ਆ ਰਹੀ ਆ ਪੰਜਾਬ ਦੇ ਵਿੱਚ ਤੇ ਕਿਸਾਨਾਂ ਨੂੰ ਚਾਹੀਦਾ ਆ ਕਿ ਉਹ ਜੇ ਸਾਰੀਆਂ ਨਹੀਂ ਤਾਂ ਕੁਝ ਸੀਟਾਂ ਦੇ ਉੱਤੇ ਤਾਂ ਇਲੈਕਸ਼ਨ ਜਿਹੜੀ ਆ ਉਹ ਲੜਨ। ਤੁਸੀਂ ਕੀ ਸੋਚਦੇ ਹੋ ਕਿ ਇਸ ਚੀਜ਼ ਦਾ ਅਸਰ ਜਿਹੜਾ ਆ ਉਹ ਕਿੰਨਾ ਕੁ ਪਏਗਾ, ਜਾਂ ਜਿਸ ਤਰੀਕੇ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਆ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਇਲੈਕਸ਼ਨ ਜਿਹੜੀ ਆ ਉਹ ਕਿਸਾਨ ਜਿੱਤ ਸਕਦੇ ਆ, ਜਾਂ ਕਿਹੜੇ ਤਰੀਕੇ ਦੇ ਨਾਲ ਜਿਹੜੀ ਹੈ ਗੱਲ ਕੀਤੀ ਜਾ ਸਕਦੀ ਆ? ਜੇ ਵੈਸੇ ਦੇਖੀਏ ਤਾਂ ਬਹਿ ਕੇ ਮੰਗਣ ਨਾਲੋਂ ਚੰਗਾ ਕਿ ਆਪ ਉਸ ਜਗ੍ਹਾ ਦੇ ਉੱਤੇ ਆ ਜਾਓ ਤੇ ਆਪਣੇ ਹੱਥੀਂ ਜਿਹੜੇ ਆ ਉਹ ਸੁਧਾਰ ਜਿਹੜੇ ਆ ਉਹ ਕਰ ਸਕਦੇ ਆ ਕਿਸਾਨ। ਜਿੱਥੋਂ ਤੱਕ ਕਿਸਾਨਾਂ ਦੇ ਇਲੈਕਸ਼ਨ ਲੜਨ ਦੀ ਗੱਲ ਹੈ ਜੀ, ਉਹ ਇਹ ਕਹਿੰਦੇ ਆ ਵੀ ਜੇ ਅਸੀਂ ਇਲੈਕਸ਼ਨ ਪੋਲਿਟਿਕਸ 'ਚ ਪੈ ਗਏ ਤੇ ਫਿਰ ਸਾਡੀ ਅੱਜ ਦੀ ਸੇਵਾ ਖਤਮ ਹੋ ਜਾਣੀ ਹੈ। ਲੇਕਿਨ ਮੈਂ ਤੁਹਾਨੂੰ ਜੇ ਇਤਿਹਾਸ ਦੀ ਗੱਲ ਸੁਣ ਲਈ, ਇਤਿਹਾਸ ਦੇ ਵਿੱਚ ਇੰਨਾ ਮਾੜਾ ਨਿਕਲਿਆ ਵੀ ਜਦੋਂ ਵੀ ਕਿਸਾਨ ਜਥੇਬੰਦੀ ਨੇ ਇਲੈਕਸ਼ਨ ਲੜਨ ਦੀ ਗੱਲ ਕੀਤੀ ਉਹਨਾਂ ਨੂੰ ਉਹਦੇ ਸਿੱਟੇ ਭੁਗਤਣੇ ਪਏ ਜੀ, ਉਹਨਾਂ ਨੂੰ ਬਹੁਤਾ ਕੋਈ ਪ੍ਰਾਪਤੀ ਨਹੀਂ ਹੋਈ ਜੀ। ਤੁਸੀਂ ਯੂਪੀ 'ਚ ਲੈ ਲਓ, ਇਹੀ ਆਪਣੇ ਰਕੇਸ਼ ਟਕੈਤ ਤੋਂ ਇਲੈਕਸ਼ਨ ਲੜੇ ਸੀ, ਬੜੀ ਬੁਰੀ ਤਰ੍ਹਾਂ ਹਾਰੇ ਸੀਗੇ ਜੀ। ਅੱਜ ਵੀ ਤੁਸੀਂ ਅਸਾਮ 'ਚ ਲੈ ਲਓ, ਜਿਹੜੇ ਅਸਾਮ ਦਾ ਉੱਥੇ ਕਿਸਾਨਾਂ ਦਾ ਆਗੂ ਸੀ ਉਹਦੇ ਆਪਣੇ ਬੰਦੇ ਖੜੇ ਕੀਤੇ, ਲੇਕਿਨ ਆਪ ਬੜੀ ਮੁਸ਼ਕਲ ਨਾਲ ਜਿੱਤ ਸਕਿਆ, ਬੜੀ ਮੁਸ਼ਕਲ ਨਾਲ। ਜੇ ਤੇ ਇਤਿਹਾਸ ਦੀ ਗੱਲ ਕਰਦੇ ਹੋ ਫਿਰ ਤੇ ਕੋਈ ਕਿਸਾਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ, ਲੇਕਿਨ ਅੱਜ ਜੋ ਮੌਜੂਦਾ ਹਾਲਾਤ ਨੇ ਉਹਦੇ ਮੁਤਾਬਕ ਜੇ ਕਿਸਾਨ ਆਪਣੇ ਬੰਦੇ ਖੜੇ ਕਰਦੇ ਆ ਤੇ ਘੱਟੋ ਘੱਟ 30 ਤੋਂ ਲੈ ਕੇ 35 40 ਤੱਕ ਜਿਹੜੇ ਆਪਣੇ ਐਮਐਲਏ ਬਣਾ ਸਕਦੇ ਆ ਜੀ, ਕਿ ਪਿੰਡਾਂ ਨੇ ਜੱਕ ਤਰਫਾ ਜਿਹੜੀ ਆ ਮਜ਼ਦੂਰਾਂ ਨੇ ਤੇ ਕਿਸਾਨਾਂ ਨੇ ਵੋਟਾਂ ਪਾ ਦੇਣੀਆਂ। ਸ਼ਹਿਰੀ ਖੇਤਰ 'ਚ ਭਾਵੇਂ ਇਹਨਾਂ ਨੂੰ ਬਹੁਤਾ ਕੁਝ ਨਾ ਮਿਲੇ ਜੀ, ਪੇਂਡੂ ਖੇਤਰ ਦੇ ਵਿੱਚ ਉਮੀਦਵਾਰ ਐਤਕੀ ਉਹੀ ਜਿੱਤੂਗਾ ਜਿਹਦੇ ਤੇ ਕਿਸਾਨ ਇਸ਼ਾਰਾ ਕਰਨਗੇ, ਜਿਹਦੇ ਤੇ ਕਿਸਾਨ ਹੱਥ ਰੱਖਣਗੇ ਜੀ। ਜੀ, ਚਲੂਨੀ ਦੀ ਗੱਲ ਤੇ ਬਿਲਕੁਲ ਠੀਕ ਆ ਜੀ ਵੀ ਜੇ ਤੁਸੀਂ ਦੂਜਿਆਂ ਨੂੰ ਜੀ ਦੋਸ਼ੀ ਠਹਿਰਾਉਂਦੇ ਹੋ, ਤੁਸੀਂ ਆਪ ਇਲੈਕਸ਼ਨ ਲੜ ਕੇ ਆਪਣੀ ਗੱਲ ਕਰੋ ਜਾ ਕੇ ਉੱਥੇ ਜੀ, ਬਿਲਕੁਲ। ਤੇ ਜਿਹੜੀਆਂ ਇਹ ਮੰਗਾਂ ਨੇ, ਇਹ ਜਿਹੜੀਆਂ ਮੰਗਾਂ ਆਖਿਰਕਾਰ ਜਾ ਕੇ ਵਿਧਾਨਕ ਤੌਰ ਤੇ ਮੰਨੀਆਂ ਜਾਣੀਆਂ, ਉਹ ਵਿਧਾਨ ਸਭਾ ਤੇ ਸਾਡੇ ਕੋਲ ਲੋਕ ਸਭਾ ਦੋ ਹੀ ਹੈਗੇ, ਬਾਕੀ ਕੁਝ ਨਹੀਂ ਹੈਗਾ। ਉੱਥੇ ਜਾ ਕੇ ਅਸੀਂ ਆਪਣੀ ਗੱਲ ਕਰ ਸਕਦੇ ਹਾਂ, ਰੌਲਾ ਪਾ ਸਕਦੇ ਹਾਂ। ਤੁਹਾਨੂੰ ਪਤਾ ਹੋਏਗਾ ਭੁਪਿੰਦਰ ਸਿੰਘ ਮਾਨ ਜਿਹੜੇ ਸੀ ਰਾਜ ਸਭਾ ਮੈਂਬਰ ਬਣੇ ਸੀਗੇ ਜੀ ਜੀ, ਲੇਕਿਨ ਉਹ ਸਰਕਾਰ ਨਵਾਜ਼ ਸਨ ਜੀ। ਸਰਕਾਰ ਨਵਾਜ਼ ਹੋਣ ਕਰਕੇ ਉਹ ਬਹੁਤਾ ਕੁਝ ਕਿਸਾਨਾਂ ਦਾ ਸਵਾਰ ਨਹੀਂ ਸਕੇ। ਅੱਜ ਵੀ ਇੱਥੇ ਉਸ ਤੋਂ ਬਾਅਦ ਵੀ ਉਹਨਾਂ ਕੋਸ਼ਿਸ਼ ਕੀਤੀ ਲੋਕ ਸਭਾ ਦੀ ਚੋਣ ਲੜਨ ਦੀ ਜੀ, ਲੇਕਿਨ ਉਹਨਾਂ ਨੂੰ ਬਹੁਤਾ ਕੁਝ ਮਿਲਿਆ ਨਹੀਂ ਜੀ ਜੀ। ਇਸੇ ਕਰਕੇ ਕਿਸਾਨਾਂ ਨੂੰ ਇਤਿਹਾਸ ਵੀ ਜ਼ਰੂਰ ਵੇਖਣਾ ਚਾਹੀਦਾ ਵਾ ਤੇ ਬਕਾਇਦਾ ਤੌਰ ਤੇ ਇੱਥੇ ਬੈਠ ਕੇ ਮੰਥਨ ਕਰਨਾ ਚਾਹੀਦਾ ਜੀ ਜੀ। ਟੀਮਾਂ ਬਣਾ ਕੇ ਹਰ ਹਲਕੇ ਦਾ ਦੌਰਾ ਕਰਕੇ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ। ਸੱਥਾਂ 'ਚ ਜੋ ਰਾਇਲ ਮਿਲਦੀ ਹੈ ਨਾ, ਅਸਲੀ ਰਾਇਲ ਉਹ ਹੁੰਦੀ ਹੈ। ਇਸ ਕਰਕੇ ਕਿਸਾਨ ਜੇ ਇਲੈਕਸ਼ਨ ਲੜਦੇ ਆ, ਉਮੀਦ ਆ ਵੀ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਜਾਏਗੀ ਵੀ ਕਿਸਾਨਾਂ ਨੂੰ ਲੋਕਾਂ ਨੇ ਵੋਟ ਪਾ ਕੇ ਕਾਮਯਾਬ ਕੀਤਾ। ਕਿਸਾਨਾਂ ਨੂੰ ਨਹੀਂ, ਕਿਸਾਨ ਜਥੇਬੰਦੀਆਂ ਨੂੰ ਜੀ ਜੀ। ਕਿਸਾਨ ਤੇ ਇਲੈਕਸ਼ਨ ਵੈਸੇ ਲੜਦੇ ਆ, ਲੇਕਿਨ ਜਿਹੜੀਆਂ ਰਵਾਇਤੀ ਪਾਰਟੀਆਂ ਵਾ ਉਹ ਇਹਨਾਂ ਨੂੰ ਰੋਕਣ ਦਾ ਪੂਰਾ ਯਤਨ ਕਰਨਗੀਆਂ, ਕਿ ਇਹਨਾਂ ਦੇ ਵਿਚਾਰਿਆਂ ਨੇ ਜਿਹੜੀ ਆ ਉਹ ਹੈ ਨਾ ਵੀ ਆਏ ਹੋ ਤੇ ਕੀ ਲਿਆਇਓ ਜੀ, ਜਿਹੜੀ ਵੋਟ ਤੁਸੀਂ ਪਾਉਣ ਆਏ ਹੋ ਸਾਨੂੰ ਨਾਲ 50 ਰੁਪਏ ਵੀ ਦਿਓ ਤੁਸੀਂ ਵੋਟ ਦੇ ਨਾਲ ਜੀ, ਤੇ ਉਹਨਾਂ ਨੇ 500 ਰੁਪਇਆ ਵੋਟ ਦਾ ਨਾਲ ਦੇਣ ਨਾਲ ਸ਼ਰਾਬ ਦੀ ਬੋਤਲ ਦੇਣੀ। ਫਰਕ ਇੰਨਾ ਕਾ ਉਹ ਰਵਾਇਤੀ ਪਾਰਟੀਆਂ ਨੇ ਖਰਚਾ ਕਰਨਾ ਵਾ ਤੇ ਇਹਦੇ ਕਿਸਾਨ ਨੂੰ ਹਰਾਉਣ ਦੀ ਕੋਸ਼ਿਸ਼ ਕਰਨੀ ਹੈ ਜੀ। ਲੇਕਿਨ ਫਿਰ ਵੀ ਮੈਂ ਸੋਚਦਾ ਵੀ ਜੇ 117 ਸੀਟਾਂ ਦੇ ਕਿਸਾਨ 117 ਦੀ 90 ਸੀਟਾਂ ਦੇ ਕਿਸਾਨ ਜੇ ਆਪਣੇ ਮੋਰ ਖੜੇ ਕਰ ਦਿੰਦੇ ਆ, 30-35 ਸੀਟਾਂ ਜਿੱਤ ਸਕਦੇ ਨੇ ਜੀ।
ਭੱਟੀ ਸਾਹਿਬ ਗੱਲ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਸਤਿਕਾਰ ਕਮੇਟੀ ਦੀ, ਉਹ ਵੀ ਆਮੋ ਸਾਹਮਣੇ ਹੋਏ ਪਏ ਆ। ਉਹ ਪੂਰਾ ਮਾਮਲਾ ਜਿਹੜਾ ਕੀ ਹੈਗਾ ਆ? ਮਾਮਲਾ ਇਹ ਹੈ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਕਿਉਂ ਹੋਂਦ ਦੇ ਵਿੱਚ ਆਈਆਂ? ਜੀ, ਪਹਿਲੀ ਗੱਲ ਤੇ ਇਹ ਵੇਖਣ ਵਾਲੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਉਦੋਂ ਹੋਂਦ ਦੇ ਵਿੱਚ ਆਈਆਂ ਜਦੋਂ ਇੱਕ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੁੰਦਾ ਵਾ। ਹੁਕਮਨਾਮਾ ਇਹ ਆ ਕਿ ਮੜੀਆਂ ਮਸਾਣਾ ਤੇ ਜਠੇਰਿਆਂ ਦੀ ਜਗ੍ਹਾ ਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਲਿਜਾਈ ਜਾਵੇਗੀ ਜੀ, ਉੱਥੇ ਖੰਡ ਪਾਠ ਜਾਂ ਖੁੱਲਾ ਪਾਠ ਨਹੀਂ ਕਰਵਾਇਆ ਜਾਏਗਾ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਉਹ ਹੁਕਮਨਾਮਾ ਲਾਗੂ ਕਰਨ ਵਿੱਚ ਬਿਲਕੁਲ ਨਾਕਾਮ ਰਹੀ। ਕਿਉਂ ਨਾਕਾਮ ਰਹੀ? ਵੀ ਉਹ ਕਹਿੰਦੀ ਸੀ ਵੀ ਕਾਹਦੇ ਵਾਸਤੇ ਜੀ, ਸਾਡੇ ਤੇ ਵੋਟਾਂ ਹੈਗੀਆਂ ਨੇ, ਜੇ ਅਸੀਂ ਇਹ ਬੰਦ ਕਰਤਾ ਸਾਡੀਆਂ ਵੋਟਾਂ ਖਰਾਬ ਹੁੰਦੀਆਂ ਜੀ, ਉਹ ਲਾਗੂ ਨਹੀਂ ਸੀ ਕਰਨ ਦਿੰਦੇ। ਉਹ ਬਾਰ-ਬਾਰ ਆ ਕੇ ਜਿਹੜੇ ਨੌਜਵਾਨ ਸੀ ਉਹ ਐਸਜੀਪੀਸੀ ਨੂੰ ਕਹਿੰਦੇ ਸੀ ਵੀ ਆਹ ਕੁਛ ਹੋ ਰਿਹਾ, ਲੇਕਿਨ ਉਹ ਕਾਰਵਾਈ ਕੋਈ ਨਹੀਂ ਸੀ ਕਰਦੇ ਜੀ। ਫਿਰ ਨੌਜਵਾਨ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਬਣਾਈਆਂ ਜੀ, ਤੇ ਸਤਿਕਾਰ ਕਮੇਟੀਆਂ ਨੇ ਆਪਣੇ ਲੈਵਲ ਤੇ ਕਾਰਵਾਈ ਕਰਕੇ ਹੁਕਮਨਾਮਾ ਲਾਗੂ ਕਰਾਇਆ ਤੇ ਜਠੇਰਿਆਂ ਦੇ ਉੱਤੇ ਜਾਂ ਮੜੀਆਂ ਮਸਾਨਾਂ ਦੇ ਵਿੱਚ ਜਿਹੜਾ ਸਰੂਪ ਜਾਂਦਾ ਸੀ ਮਹਾਰਾਜ ਦਾ, ਉਹ ਬੰਦ ਕਰਾਇਆ। ਸ਼ੁਰੂ ਚ ਲੋਕਾਂ ਨੇ ਬੜੀ ਇਹਨਾਂ ਦੀ ਸਹਾਇਤਾ ਕੀਤੀ, ਬੜਾ ਇਹਨੂੰ ਜਿਹੜਾ ਸੀ ਇਹਨਾਂ ਨੂੰ ਬੂਸਟ ਦਿੱਤਾ ਜੀ। ਸ਼੍ਰੋਮਣੀ ਕਮੇਟੀ ਵੀ ਸ਼ੁਰੂ ਚ ਇਹਨਾਂ ਨੂੰ ਕਹਿੰਦੀ ਵੀ ਠੀਕ ਕਰ ਰਹੇ ਹੋ ਤੁਸੀਂ, ਉਹਦੇ ਕੁਝ ਅਧਿਕਾਰੀ ਹੈਗੇ ਸੀ ਜਿਹੜੇ ਚਾਹੁੰਦੇ ਸੀ ਵਾਕਿਆ ਹੋਣਾ ਚਾਹੀਦਾ ਵਾ, ਤੇ ਕੁਝ ਨਹੀਂ ਵੀ ਹੈਗੇ ਸੀ। ਲੇਕਿਨ ਮੁੜ ਕੇ ਉਹਦੇ ਵਿੱਚ ਕੁਝ ਇਹੋ ਜਿਹੇ ਬੰਦੇ ਆ ਗਏ ਲਾਲਚੀ ਵੀ ਹੋ ਗਏ, ਲੋਕਾਂ ਦੀ ਕੁੱਟਮਾਰੀ ਕਰਨ ਵੀ ਲੱਗ ਪਏ। ਇੱਕ ਚਰਨਜੀਤ ਸਿੰਘ ਕੋਈ ਵਿਅਕਤੀ ਸੀ ਕੈਨੇਡਾ ਜੀ, ਉਹਨੇ ਕੀਤਾ 3 ਸਰੂਪ ਲੈ ਗੁਰਦੁਆਰੇ ਦੇ ਨਾਂ ਤੇ ਜੀ ਲੁਧਿਆਣੇ ਦੇ, ਉਹ ਸਰੂਪ ਲੈ ਗਿਆ। ਸਰੂਪ ਉੱਥੋਂ ਉਹਨੇ ਕੀਤਾ ਵੀ ਬਕਸਿਆਂ 'ਚ ਬੰਦ ਕੀਤੇ, ਗੱਡੀ 'ਚ ਰੱਖੇ ਜੀ, ਤੇ ਜਹਾਜ਼ 'ਚ ਉਹਨੇ ਕੈਨੇਡਾ ਖੜਨੇ ਸੀ, ਪਹਿਲਾਂ ਵੀ ਲੈ ਕੇ ਜਾਂਦਾ ਰਿਹਾ ਸੀ ਜੀ। ਉਹਦੀ ਸੂਚਨਾ ਮਿਲ ਗਈ ਸਤਿਕਾਰ ਕਮੇਟੀ ਵਾਲਿਆਂ ਨੂੰ ਜੀ। ਸਤਿਕਾਰ ਕਮੇਟੀ ਵਾਲਿਆਂ ਨੇ ਸਿੰਘੂ ਬਾਰਡਰ ਤੇ ਘੇਰ ਲਈ ਗੱਡੀ ਉਹਦੀ। ਉਹ 3 ਸਰੂਪ ਬਰਾਮਦ ਕੀਤੇ ਤੇ ਉਹ ਸਤਿਕਾਰ ਸਿੰਘ ਜਿਹੜੀ ਇੱਕ ਗੱਡੀ ਸਪੈਸ਼ਲ ਬਣਾਈ ਸਤਿਕਾਰ ਕਮੇਟੀ ਵਾਲਿਆਂ ਨੇ ਸਰੂਪਾਂ ਵਾਸਤੇ, ਉਹ 'ਚ ਰੱਖੇ ਤੇ ਉਹਨੂੰ ਗੁਰਦੁਆਰੇ ਖੜ ਕੇ ਉਹਦੀ ਬੜੀ ਮਾਰਕੁੱਟ ਕੀਤੀ। ਇੱਥੋਂ ਤੱਕ ਕਿ ਵੀ ਕੁੱਟ-ਕੁੱਟ ਕੇ ਉਹਦੇ ਮੋਢਿਆਂ ਤੇ ਉਹਦੇ ਗਿੱਟਿਆਂ ਤੇ ਨੀਲ ਪਾਤੇ। ਉਹਦੇ ਕੋਲ ਜਿਹੜੇ ਕੁਝ ਪੈਸੇ ਪੂਸੇ ਕੋਈ ਡਾਲਰ ਸੀ ਉਹ ਵੀ ਇਹਨਾਂ ਖੋਹ ਲਏ, ਉਹਦਾ ਮੋਬਾਈਲ ਖੋਹ ਲਿਆ। ਮੁੜ ਕੇ ਉਹਨੂੰ ਅਕਾਲ ਤਖਤ ਤੇ ਲੈ ਆਏ ਜੀ। ਅਕਾਲ ਤਖਤ ਤੇ ਲਿਆ ਕੇ ਉਹਨੇ ਕਹਿ ਦਿੱਤਾ ਜੀ ਮੈਨੂੰ ਇਹਨਾਂ ਕੁਛ ਨਹੀਂ ਕਿਹਾ। ਉਹ ਕਹਿੰਦੇ ਜੀ ਤੁਸੀਂ ਸਰੂਪ ਕਬਜ਼ੇ 'ਚ ਕਰ ਲਏ, ਤੈਨੂੰ ਜਾਣ ਦਿਓ ਜੀ। ਚਲੋ ਅਕਾਲ ਤਖਤ ਨੇ ਆਪਣੀ ਕਾਰਵਾਈ ਬਾਅਦ ਜੋ ਕੀਤੀ ਜੀ, ਲੇਕਿਨ ਇਹ ਸੀਗਾ ਵੀ ਉਹਦੀ ਕੁੱਟਮਾਰ ਨਹੀਂ ਕਰਨੀ, ਉਹਦਾ ਸਮਾਨ ਖੋਹਣਾ, ਇਹ ਸਤਿਕਾਰ ਕਮੇਟੀ ਦੇ ਖਿਲਾਫ ਗਿਆ। ਫਿਰ ਪਤਾ ਨਹੀਂ ਕੀ ਸਾਜ਼ਿਸ਼ ਹੋ ਗਈ ਇਹਨਾਂ ਦੀ ਵੀ ਸਤਿਕਾਰ ਕਮੇਟੀ ਲੋਕਾਂ ਦੇ ਘਰਾਂ ਜਾਣ ਲੱਗ ਪਏ ਜੀ। ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਨਹੀਂ, ਜਿੱਥੇ ਕਿਤੇ ਸਤਿਕਾਰ ਨਹੀਂ ਹੈਗਾ ਉੱਥੋਂ ਤੁਸੀਂ ਸਰੂਪ ਚੁੱਕ ਸਕਦੇ ਹੋ ਜੀ, ਲੇਕਿਨ ਉਹਨਾਂ ਨੂੰ ਪਹਿਲਾਂ ਮਰਿਆਦਾ ਸਮਝਾਓ ਜੀ ਵੀ ਮਰਿਆਦਾ ਇਹ ਹੈਗੀ ਆ ਜੀ, ਇਹ ਮਰਿਆਦਾ ਤੁਸੀਂ ਲਾਗੂ ਕਰੋ, ਅਸੀਂ 8 ਦਿਨਾਂ ਬਾਅਦ ਫਿਰ ਆਵਾਂਗੇ ਜੀ। ਜੇ ਉਹ ਨਹੀਂ ਲਾਗੂ ਲਾਗੂ ਕੀਤੀ, ਉਹਨਾਂ ਨਹੀਂ ਧਿਆਨ ਰੱਖਿਆ, ਤੇ ਫਿਰ ਤੁਹਾਨੂੰ ਘਰ ਵਾਲੇ ਆਪ ਕਹਿ ਦੇਣਗੇ ਵੀ ਲੈ ਜਾਓ ਤੁਸੀਂ। ਬਿਲਕੁਲ ਇਹਨਾਂ ਨੇ ਜਬਰੀ ਉਹ ਸਰੂਪ ਚੁੱਕੇ ਜੀ, ਫਿਰ ਲੋਕ ਖਿਲਾਫ ਹੋ ਗਏ। ਅਕਾਲ ਤਖਤ ਤੋਂ ਫਿਰ ਇੱਕ ਹੁਕਮਨਾਮਾ ਜਾਰੀ ਹੁੰਦਾ ਵਾ ਜੀ ਵੀ ਸਤਿਕਾਰ ਕਮੇਟੀਆਂ ਨੂੰ ਕੋਈ ਅਧਿਕਾਰ ਨਹੀਂ ਵੀ ਕਿਸੇ ਦੇ ਘਰ ਦੇ ਵਿੱਚੋਂ ਜਾਂ ਕਿਸੇ ਜਗ੍ਹਾ ਦੇ ਉੱਤੋਂ ਜਿਹੜੀ ਸੀ ਮਹਾਰਾਜ ਦੇ ਸਰੂਪ ਚੁੱਕੇ। ਲੇਕਿਨ ਸਤਿਕਾਰ ਕਮੇਟੀਆਂ ਨੇ ਉਹ ਹੁਕਮਨਾਮਾ ਵਿਖਾਇਆ ਕਿਸੇ ਨੂੰ ਨਹੀਂ, ਪਹਿਲਾ ਹੁਕਮ ਵਿਖਾਉਂਦੇ ਰਹੇ। ਹੁਣ ਜਿਹੜੀ ਨਵੀਂ ਕਹਾਣੀ ਵਾਪਰੀ ਆ, ਨਵੀਂ ਕਹਾਣੀ ਇਹ ਵਾਪਰੀ ਆ ਵੀ ਸਤਿਕਾਰ ਕਮੇਟੀ ਵਾਲੇ ਜਿਹੜੇ ਮੁੰਡੇ ਨੌਜਵਾਨ ਉੱਠੇ ਸੀ, ਨਵੇਂ ਉੱਠੇ ਨੇ ਜੀ, ਜੰਗ ਮੁੰਡੇ ਨੇ, ਇਹ ਰਣਜੀਤ ਐਵਨਿਊ ਕਿਸੇ ਦੇ ਘਰ ਗਏ ਨੇ। ਉੱਥੇ ਕਹਿੰਦੇ ਤੁਸੀਂ ਸ਼ਰਾਬ ਪੀਂਦੇ ਹੋ, ਤੁਸੀਂ ਮੀਟ ਖਾਂਦੇ ਹੋ, ਤੁਸੀਂ ਆਂਡਾ ਖਾਂਦੇ ਹੋ, ਖਾਂਦੇ ਹੋਣਗੇ, ਅਸੀਂ ਨਹੀਂ ਕਹਿੰਦੇ ਨਹੀਂ। ਲੇਕਿਨ ਜੇ ਉਹਨਾਂ ਨੇ ਸਤਿਕਾਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਆ, ਉਹ ਸਤਿਕਾਰ ਸਾਹਿਬ ਸਵੇਰੇ ਉਹ ਪ੍ਰਕਾਸ਼ ਕਰਦੇ, ਸ਼ਾਮ ਨੂੰ ਸੰਦੋਖਦੇ ਆ, ਉਹਦੇ ਤੇ ਪਾਠ ਵੀ ਕਰਦੇ, ਫਿਰ ਤੇ ਠੀਕ ਆ। ਜੇ ਉਹ ਇਹ ਕੰਮ ਨਹੀਂ ਕਰਦੇ ਤੇ ਫਿਰ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਵੀ ਤੁਸੀਂ ਉੱਥੇ ਪ੍ਰਕਾਸ਼ ਕਰ ਛੱਡੋ ਤੇ ਉਹਦਾ ਖਿਆਲ ਨਾ ਕਰੋ, ਉਹਦੀ ਸੰਭਾਲ ਨਾ ਕਰੋ ਜੀ। ਜੇ ਤੇ ਇਹ ਗੱਲ ਹੈਗੀ ਫਿਰ ਤੇ ਠੀਕ ਆ। ਲੇਕਿਨ ਉਹਦੇ ਵਿੱਚ ਜਿਹੜੀ ਬੀਬੀ ਕਿਰਨਜੋਤ ਕੌਰ ਆ, ਉਹਨੇ ਸਖਤ ਨੋਟਿਸ ਲਿਆ ਜੀ, ਸ਼੍ਰੋਮਣੀ ਕਮੇਟੀ ਨੇ ਸਖਤ ਨੋਟਿਸ ਲਿਆ। ਹਾਲੀ ਕਿ ਉਹ ਸਰੂਪ ਉੱਥੋਂ ਚੁਕਾਉਣ ਦੇ ਵਿੱਚ ਉੱਥੋਂ ਜਿਹੜਾ ਹਲਕੇ ਦਾ ਐਸਓਚਓ ਸੀਗਾ ਰੋਬਨ ਹੰਸ ਨੇ ਵੱਡਾ ਰੋਲ ਨਿਭਾਇਆ ਜੀ। ਉਹਦੇ ਵਿੱਚ ਜਿਹੜੀ ਐਸਜੀਪੀਸੀ ਨੇ ਚਿੱਠੀ ਲਿਖੀ ਕਮਿਸ਼ਨ ਅੰਮ੍ਰਿਤਸਰ ਨੂੰ, ਪੁਲਿਸ ਕਮਿਸ਼ਨਰ ਨੂੰ। ਹੁਣ ਬੀਬੀ ਕਿਰਨਜੋਤ ਕੌਰ ਜਿਹੜੀ ਮਾਸਟਰ ਤਾਰਾ ਸਿੰਘ ਦੀ ਦੋਤਰੀ, ਜਿਹਨੂੰ ਵਿਰਸੇ 'ਚ ਮਿਲੀ ਆ ਸਿੱਖੀ, ਔਰ ਉਹਦੀ ਦੋਤਰੀ ਤੇ ਨਾਲ ਉਹ ਸ਼੍ਰੋਮਣੀ ਕਮੇਟੀ ਦੀ ਜਨਰਲ ਸੈਕਟਰੀ ਰਹੀ ਹੈ ਜੀ, ਨਾਲ ਉਹ 25 ਸਾਲ ਤੋਂ ਮੈਂਬਰ ਐਸਜੀਪੀਸੀ ਦੀ ਜੀ। ਉਹਨੇ ਆਪ ਜਾ ਕੇ ਉਹ ਪਰਿਵਾਰ ਨੂੰ ਨਾਲ ਲੈ ਕੇ
ਕਮਿਸ਼ਨਰ ਪੁਲਿਸ ਕਮਿਸ਼ਨ ਨੂੰ ਦਰਖਾਸਤ ਦਿੱਤੀ ਆ ਵੀ ਇਹਨਾਂ ਖਿਲਾਫ ਜਿਹੜੇ ਬੰਦੇ ਆਏ ਸੀ ਸਾਡਾ ਸਰੂਪ ਚੁੱਕ ਕੇ ਲੈ ਕੇ, ਸਾਨੂੰ ਨਹੀਂ ਪਤਾ ਕਿੱਥੇ ਆ। ਇੱਕ ਤੇ ਸਰੂਪ ਵਾਪਸ ਕਰਾਇਆ ਜਾਵੇ ਜੀ, ਇੱਕ ਇਹਨਾਂ ਦੇ ਖਿਲਾਫ ਧਾਰਾ 295 ਏ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਜੀ, ਅਗਲੀ ਗੱਲ ਨਾਲ ਉਹਨਾਂ ਕਿਹਾ ਵੀ ਜੇ ਤੁਹਾਡਾ ਐਸਐਚਓ ਨਾਲ ਗਿਆ ਵਾ ਜਿਹਨੇ ਸਰੂਪ ਚੁਕਾਉਣ 'ਚ ਮਦਦ ਕੀਤੀ ਆ ਜੀ, ਉਹਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਮੈਂ ਥੋੜਾ ਜਿਹਾ ਗਿੱਲ ਸਾਹਿਬ ਨਾਲ ਜੋੜ ਦਿਆਂ। ਜੀ, ਇੱਕ ਸਰੂਪ ਚੋਰੀ ਹੋਇਆ ਸੀ ਰੋਪੜ ਤੋਂ, ਜੀ, ਪਿਆਰਾ ਸਿੰਘ ਭੰਡਾਰਿਆਂ ਵਾਲਾ। ਅਸੀਂ ਫਿਰ ਕਿਤੇ ਕੇਸ ਦੀ ਗੱਲ ਕਰਾਂਗੇ, ਉਸ ਕੇਸ ਦੇ ਵਿੱਚ 8 ਤਰੀਕ ਤੋਂ ਬਾਅਦ ਗੱਲ ਕਰਾਂਗੇ। ਜੀ, ਉਹ ਸਰੂਪ ਜਿਹੜਾ ਜਦੋਂ ਅਸੀਂ ਚੁੱਕਿਆ ਗੁਰਦੁਆਰੇ ਦੇ ਵਿੱਚੋਂ ਤਾਂ ਬਾਹਰ ਲੈ ਕੇ ਸਾੜ ਦਿੱਤਾ ਗਿਆ। ਅੱਛਾ ਜੀ, ਜਦੋਂ ਸਾੜਿਆ ਗਿਆ ਤੇ ਉਸ ਟਾਈਮ ਦੇ ਤੇ ਕੇਸ ਜਿਹੜਾ ਅਦਾਲਤ 'ਚ ਗਿਆ। ਜਿਹੜੇ ਉਹ ਸਾਡੇ ਜਿਹੜੇ ਸਿੱਖ ਸੀ ਉਹ ਕਹਿੰਦੇ ਸੀ ਇਹਨਾਂ ਤੇ 302 ਦਾ ਮੁਕੱਦਮਾ ਦਰਜ ਕਰੋ, ਕਤਲ ਦਾ ਕਰੋ। ਅੱਛਾ ਜੀ, ਕਿ ਸੁਪਰੀਮ ਕੋਰਟ ਮੰਨ ਚੁੱਕਦੀ ਹੈ ਵੀ ਇਹ ਜਾਗਦੀ ਜੋਤ ਆ, ਜੀ, ਇਸ ਕਰਕੇ ਇਹਨਾਂ ਦੇ ਬਣਦਾ। ਲੇਕਿਨ ਕੁਝ ਸਿਆਣੇ ਵਕੀਲਾਂ ਨੇ ਬੜੀ ਸੋਹਣੀ ਸੁਝਾ ਦਿੱਤਾ ਉਹਨਾਂ ਨੂੰ। ਕਹਿੰਦਾ ਵੀ ਕਤਲ ਕੇਸ ਦੇ ਵਿੱਚ ਮੁਕੱਦਮਾ 21 ਵਾਰੀ ਦਰਜ ਹੋਊ, ਦੂਜੀ ਵਾਰੀ ਨਹੀਂ ਹੋਣਾ। ਇੱਕ ਵਾਰੀ ਤੁਹਾਡਾ ਜਿਹੜਾ ਸੀ ਤੁਸੀਂ ਕਹਿ ਦਿਓ ਸਾਡੇ ਗੁਰੂ ਜਿਹੜੇ ਸੀ ਤਾਂ ਸ਼ਹੀਦੀ ਪ੍ਰਾਪਤ ਕਰਕੇ ਨੇ, ਦੁਬਾਰਾ ਨਹੀਂ ਹੋਣਾ। ਇਸ ਕਰਕੇ ਤੁਸੀਂ ਸਰਕਾਰ ਨੂੰ ਕਹੋ ਵੀ ਇਹਦੇ ਧਾਰਾਵਾਂ ਸਖਤ ਕਰ ਦਿਓ ਥੋੜੀ ਇੰਜੀਆਂ ਹੋਰ, ਕਿਉਂਕਿ ਸਜ਼ਾਵਾਂ ਸਖਤ ਹੋ ਜਾਣ। ਇਹ ਕੰਮ ਨਾ ਕਰੋ, ਜੇ ਕੀਤਾ ਤੇ ਗਾਂ ਜਿਹੜੇ ਸਰੂਪਾਂ ਦੀ ਮੁੜ ਕੇ ਕਿਤੇ ਬੇਅਦਬੀ ਹੋਈ ਨਾ ਕਿਸੇ ਦੀ, ਉਹ ਮੁੜ ਕੇ ਤੁਹਾਨੂੰ ਕੋਈ ਇਨਸਾਫ ਨਹੀਂ ਜੇ ਮਿਲਣਾ। ਜੀ, ਉਦੋਂ ਫਿਰ ਇਹ ਰੁਕ ਗਈ ਸੀ ਵੀ ਇਹ ਧਾਰਾ ਲਾਉਣ ਤੇ 302 ਦੀ ਜਿਹੜੀ ਆ। ਜੀ, ਜੀ, ਇਸ ਕਰਕੇ ਇਹ ਸਰੂਪ ਜਿਹੜੇ ਆ ਲੋਕਾਂ ਦੇ ਘਰਾਂ ਚੁੱਕੇ ਜਾਂਦੇ ਆ। ਇਹਦੀ ਛਾਣਬੀਣ ਸ਼੍ਰੋਮਣੀ ਕਮੇਟੀ ਨੂੰ ਕਿ ਇੱਕ ਨਿਰਪੱਖ ਕਮੇਟੀ ਬਣਾ ਕੇ ਕਰਾਉਣੀ ਚਾਹੀਦੀ ਆ। ਤੇ ਸਤਕਾਰ ਕਮੇਟੀ ਨੂੰ ਚਾਹੀਦਾ ਵੀ ਜੇ ਕਿਸੇ ਦੇ ਤੁਸੀਂ ਘਰ ਗਏ ਹੋ, ਜੀ, ਪਹਿਲਾਂ ਉਹਨਾਂ ਨੂੰ ਸਮਝਾਓ, ਉਹਨਾਂ ਨਾਲ ਗੱਲਬਾਤ ਕਰੋ। ਜੀ, ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਜੇ ਉਹ ਨਹੀਂ ਆਖੇ ਲੱਗਦੇ, ਨਹੀਂ ਮਰਿਆਦਾ ਰੱਖਦੇ, ਫਿਰ ਤੁਹਾਨੂੰ ਅਧਿਕਾਰ ਆ, ਫਿਰ ਤੁਸੀਂ ਉਹਨਾਂ ਦੀ ਸਹਿਮਤੀ ਨਾਲ ਚੁੱਕ ਲਿਓ। ਜੇ ਨਹੀਂ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਨੂੰ ਇਨਫੋਰਮ ਕਰ ਦਿਓ, ਉਹ ਆਪਣੇ ਲੈਵਲ ਤੇ ਕਾਰਵਾਈ ਕਰੇ। ਜੀ, ਭੱਟੀ ਸਾਹਿਬ ਨਾਰਕੋ ਟੈਸਟ ਵਾਸਤੇ ਸਵੇਦ ਸੈਣੀ, ਚਰਨਜੀਤ ਸ਼ਰਮਾ ਜਿਹੜੇ ਆ ਉਹ ਤਾਂ ਕਹਿੰਦੇ ਅਸੀਂ ਟੈਸਟ ਨਹੀਂ ਕਰਾਉਣਾ, ਤੇ ਉਮਰਾ ਨੰਗਲ ਜਿਹੜੇ ਨੇ ਉਹਨਾਂ ਨੇ ਕਿਹਾ ਵਾ ਕਿ ਮੈਂ ਰਾਜੀ ਹਾਂ ਇਹ ਟੈਸਟ ਕਰਾਉਣ ਵਾਸਤੇ। ਸੋ ਤੁਸੀਂ ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਦੀ ਜਿਹੜੀ ਜਾਂਚ ਚੱਲ ਰਹੀ ਉਹਦੇ ਵਿੱਚ ਜਿਹੜੇ ਸੰਬੰਧਿਤ ਪੁਲਿਸ ਅਫਸਰ ਨੇ ਉਹਨਾਂ ਦੇ ਟੈਸਟ ਜਿਹੜੇ ਆ ਉਹ ਕੀਤੇ ਜਾਣੇ ਆ? ਪਹਿਲੀ ਗੱਲ ਤੇ ਸਾਡੇ ਕੁਝ ਲੀਡਰਾਂ ਨੇ ਬਿਆਨ ਦੇ ਦਿੱਤੇ ਵੀ ਜਿਹੜੀ ਨਵੀਂ ਸਿੱਟ ਬਣੀ ਆ ਉਹਦੇ ਕੋਲ ਅਸੀਂ ਬਿਲਕੁਲ ਕੋਈ ਬਿਆਨ ਜਿਹੜੇ ਆ ਉਹ ਨੋਟ ਕਰਾਉਣ ਨਹੀਂ ਜਾਵਾਂਗੇ, ਬਿਆਨ ਕਲਮਬੰਦ ਨਹੀਂ ਕਰਾਵਾਂਗੇ ਜੀ। ਲੇਕਿਨ ਕੁਝ ਲੋਕਾਂ ਨੇ ਕਿਹਾ ਵੀ ਬਿਆਨ ਕਲਮਬੰਦ ਕਰਾਏ ਜਾਣੇ ਚਾਹੀਦੇ ਆ, ਕੋਈ ਨਾ ਕੋਈ ਇਨਸਾਫ ਤੇ ਮਿਲੂ। ਲੋਕਾਂ ਨੇ ਬਿਆਨ ਆਪਣੇ ਕਲਮਬੰਦ ਕਰਾਏ। ਬਿਆਨ ਕਲਮਬੰਦ ਕਰਾਉਣ ਤੋਂ ਜਿਹੜੀ ਸੀ ਸਿੱਟ ਉਹਨਾਂ ਨੇ ਕੋਰਟ 'ਚ ਲਿਖ ਕੇ ਦਿੱਤਾ ਇਸ ਗੱਲ ਦਾ ਜੀ ਵੀ ਸਮੇਤ ਸਿੰਘ ਸੈਣੀ ਸਾਬਕਾ ਡੀਜੀਪੀ, ਚਰਨਜੀਤ ਸਿੰਘ ਸ਼ਰਮਾ ਮੋਗਾ ਦਾ ਸਾਬਕਾ ਜਿਹੜਾ ਐਸਐਸਪੀ ਸੀ ਜੀ, ਤੇ ਪਰਮਰਾਜ ਸਿੰਘ ਉਮਰਾ ਨੰਗਲ ਜਿਹੜਾ ਸਾਬਕਾ ਪੁਲਿਸ ਕਮਿਸ਼ਨ ਲੁਧਿਆਣਾ ਸੀਗਾ, ਇਹ ਤਿੰਨ ਬੰਦੇ ਸਾਨੂੰ ਸਹਿਯੋਗ ਨਹੀਂ ਕਰ ਰਹੇ। ਜਦੋਂ ਸਹਿਯੋਗ ਨਹੀਂ ਕਰ ਰਹੇ ਤੇ ਇਸ ਕਰਕੇ ਪੁਲਿਸ ਜਿਹੜੀ ਆ ਫਿਰ ਅਦਾਲਤ ਜਿਹੜੀ ਦੋ ਕੰਮ ਕਰਦੀ ਹੈ ਜੀ। ਇੱਕ ਤੇ ਜੋ ਸਿੱਟ ਕਹਿੰਦੀ ਉਹ ਕਰਦੀ ਆ, ਦੂਸਰਾ ਉਹਨਾਂ ਦਾ ਰਿਮਾਂਡ ਦਿੰਦੀ ਫਿਰ ਜੀ। ਲੇਕਿਨ ਸਿੱਟ ਨੇ ਇੰਨੀ ਗੱਲ ਕਹੀ ਵੀ ਸਾਨੂੰ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਦੀ ਜੀ। ਉਹਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਨੇ ਤੇ ਆਪਣਾ ਕੱਲ ਲਿਖ ਕੇ ਦਿੱਤਾ ਵੀ ਮੈਂ ਤਿਆਰ ਹਾਂ ਜੀ। ਕਿਉਂ ਲਿਖ ਕੇ ਦਿੱਤਾ? ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਫਾਦਰ ਸੀਗੇ ਸੁਖਦੇਵ ਸਿੰਘ ਜੀ, 1987 ਦੇ ਵਿੱਚ ਉਹਨਾਂ ਦਾ ਮਰਡਰ ਹੋ ਗਿਆ ਸੀਗਾ ਜੀ। ਕੰਪੈਸ਼ਨ ਗ੍ਰੇਡ ਤੇ ਆਏ ਸੀ ਉਹ। ਜਦੋਂ ਤਰਸ ਦੇ ਆਧਾਰ ਤੇ ਤੁਹਾਨੂੰ ਨੌਕਰੀ ਮਿਲੀ ਹੋਵੇ ਤੇ ਫਿਰ ਤੁਹਾਨੂੰ ਕੈਲੀਬਰ ਵੀ ਉਹਨਾਂ ਕੁ ਹੁੰਦਾ। ਉਹਦੇ ਵਿੱਚ ਇਹਨਾਂ ਦੀ ਜਿਹੜੇ ਦਾਦਾ ਜੀ ਸੀ ਜੀਵਨ ਸਿੰਘ ਰਾਮ ਨੰਗਲ ਜੀ, ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਚੰਗੇ ਸੰਬੰਧ ਸੀਗੇ ਜੀ। ਇਸ ਕਰਕੇ ਪੋਸੀਬਿਲਿਟੀ ਆ ਵੀ ਉਹ ਜਾ ਕੇ ਕੈਪਟਨ ਸਾਹਿਬ ਨੂੰ ਸਲਾਮ ਮਾਰ ਆਇਆ ਹੋਵੇ। ਹੁਣ ਉਹ ਉਮਰਾ ਨੰਗਲ ਨੇ ਕਹਿਤਾ ਵੀ ਮੈਂ ਲਾਈ ਡਿਟੈਕਟਰ ਲਈ ਤਿਆਰ ਹਾਂ, ਨਾਰਕੋ ਟੈਸਟ ਲਈ ਮੈਂ ਤਿਆਰ ਹਾਂ ਜੀ। ਲੇਕਿਨ ਚਰਨਜੀਤ ਸ਼ਰਮਾ ਤੇ ਸਮੇਤ ਸਿੰਘ ਸੈਣੀ ਜਿਹੜੇ ਉਹ ਅਜੇ ਮੰਨ ਨਹੀਂ ਰਹੇ। ਹੁਣ ਤਰੀਕ 9 ਹੈਗੀ ਆ, 9 ਤਰੀਕ ਨੂੰ ਫਿਰ ਜਿਹੜੀ ਆ ਫਰੀਦਕੋਟ ਦੀ ਅਦਾਲਤ 'ਚ ਸੁਣਵਾਈ ਹੋਣੀ ਆ ਜੀ। ਉਹ ਸੁਣਵਾਈ ਦੇ ਵਿੱਚ ਉਮੀਦ ਆ ਵੀ ਇਹਦਾ ਤੇ ਟੈਸਟ ਹੋ ਜਾਏਗਾ ਤੇ ਬਾਕੀਆਂ ਬਾਰੇ ਅਦਾਲਤ ਕੀ ਆਦੇਸ਼ ਜਾਂਦੀ ਆ ਉਹ 9 ਨੂੰ ਪਤਾ ਲੱਗੇਗਾ। ਠੀਕ ਹੈ ਜੀ। ਸੁਧੀਰ ਸੂਰੀ ਦੀ ਗੱਲ ਕਰ ਲਈਏ ਥੋੜੀ ਜੀ। ਉਹਨੇ ਬੜੀ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਆ। ਉਸ ਤੋਂ ਬਾਅਦ ਦੇ ਵਿੱਚ ਸਿੱਖ ਜਥੇਬੰਦੀਆਂ ਜਿਹੜੀਆਂ ਆ ਉਹ ਇਕੱਤਰ ਹੋਈਆਂ, ਕਾਫੀ ਇੱਥੇ ਧੱਕਾ ਮੁੱਕੀ ਵੀ ਹੋਈ।
ਉਸ ਤੋਂ ਬਾਅਦ ਦੇ ਵਿੱਚ ਉਹਦੀ ਗ੍ਰਿਫਤਾਰੀ ਵੀ ਜਿਹੜੀ ਆ ਉਹ ਕਰਨੀ ਪਈ ਪੁਲਿਸ ਨੂੰ। ਸੋ ਇਹ ਬਾਰ-ਬਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਸੁਧੀਰ ਸੂਰੀ ਵਰਗੇ ਜਿਹੜੇ ਆ ਉਹ ਬਾਰ-ਬਾਰ ਇਹ ਗੱਲਾਂ ਕਰਦੇ ਨੇ। ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੇ ਉੱਤੇ ਸਖਤੀ ਕਿਉਂ ਨਹੀਂ ਕੀਤੀ ਜਾਂਦੀ ਕਿ ਅਜਿਹੀਆਂ ਗੱਲਾਂ ਨਾਲ ਬਾਰ-ਬਾਰ ਨਜਿੱਠਣ ਦੇ ਨਾਲੋਂ ਇੱਕੋ ਵਾਰੀ ਉਸ ਬੰਦੇ ਨੂੰ ਤਾੜਨਾ ਕੀਤੀ ਜਾਵੇ ਕਿ ਜੇ ਤੂੰ ਆਹ ਗੱਲ ਬੋਲੀ ਤਾਂ ਇਹਦਾ ਹਸ਼ਰ ਜਿਹੜਾ ਆ ਉਹ ਚੰਗਾ ਨਹੀਂ ਹੋਏਗਾ। ਲਗਾਤਾਰ ਅਸੀਂ ਸੁਣਦੇ ਹਾਂ, ਕਦੀ ਕੋਈ ਇੰਟਰਵਿਊ, ਕਦੀ ਸੋਸ਼ਲ ਮੀਡੀਆ ਦੇ ਉੱਤੇ ਉਹ ਲਗਾਤਾਰ ਸਿੱਖਾਂ ਪ੍ਰਤੀ ਜਾਂ ਧਾਰਮਿਕ ਸਥਾਨਾਂ ਪ੍ਰਤੀ ਜਿਹੜੀ ਆ ਉਹ ਭੱਦੀ ਸ਼ਬਦਾਵਲੀ ਵਰਤਦਾ ਆ। ਜਿੱਥੋਂ ਤੱਕ ਸ਼ਿਵ ਸੈਨਾ ਦੀ ਗੱਲ ਹੈ ਜੀ, ਸ਼ਿਵ ਸੈਨਾ ਦੇ ਬਾਨੀ ਜਣੇ ਉਹ ਬਾਲ ਠਾਕਰੇ ਨੇ। ਬਾਲ ਠਾਕਰੇ ਹੋਰੀ ਕਿਉਂ ਇਹਦੇ ਚ ਆਏ, ਕਿਉਂ ਲੀਡਰ ਬਣੇ ਜੀ? ਉਹ ਬੜੇ ਤਗੜੇ ਕਾਰਟੂਨ ਸੀ। ਉਹ ਕਾਰਟੂਨ ਉਸ ਦਿਨ ਅਤੇ ਇੱਕ ਇੰਟਰਵਿਊ ਦੇਣਗੇ ਤੇ ਉਹਨਾਂ ਨੂੰ ਫਖਰ ਸੀ ਆਪਣੇ ਆਪ ਦੇ ਉੱਤੇ ਵੀ ਮੈਂ ਤੇ ਵੇਖੋ ਜੀ ਮੇਰੀ ਤੇ ਹੋਈ ਆ ਸਿਲੈਕਸ਼ਨ ਹੋਈ ਲੈ। ਉਹਦੇ ਵਿੱਚ ਇੱਕ ਸਾਊਥ ਦਾ ਮੁੰਡਾ ਉੱਤੇ ਹੋਰ ਆਇਆ ਉੱਥੇ। ਅੱਛਾ ਜੀ। ਉਹ ਇਸ ਤੋਂ ਵੱਧ ਕੁਆਲੀਫਾਈ ਸੀਗਾ। ਉਹ ਕੁਆਲੀਫਾਈ ਕਰ ਗਿਆ ਤੇ ਰਹਿ ਗਏ ਤੇ ਫਿਰ ਨਿਰਾਸ਼ਾ ਦੇ ਆਲਮ ਚ ਆ ਗਏ। ਉਹਨਾਂ ਦਿਨਾਂ ਦੇ ਵਿੱਚ ਆਰਐਸ ਦੇ ਬਰਾਬਰ ਜਿਹੜਾ ਸੀ ਕਾਂਗਰਸ ਨੂੰ ਕੁਝ ਇਹੋ ਜਿਹਾ ਬੰਦਾ ਚਾਹੀਦਾ ਸੀਗਾ ਜੀ। ਉਹਨਾਂ ਫਿਰ ਇਹਨੂੰ ਕਹਿ ਕੇ ਉੱਥੇ ਸ਼ਿਵ ਸੈਨਾ ਦੀ ਬੁਨਿਆਦ ਰੱਖੀ ਮਹਾਰਾਸ਼ਟਰ ਦੇ ਵਿੱਚ। ਜੀ। ਕਾਫੀ ਚੜ੍ਹਤ ਹੋਈ, ਬੜਾ ਕੁਛ ਹੈ। ਕਈ ਵਾਰੀ ਪ੍ਰਵਾਸੀਆਂ ਨੂੰ ਤੇ ਕੁੱਟਿਆ ਵੀ ਗਿਆ, ਲੇਕਿਨ ਸਿੱਖਾਂ ਨਾਲ ਉਹਨਾਂ ਦੇ ਸੰਬੰਧ ਬੜੇ ਚੰਗੇ ਰਹੇ। ਜੀ। ਈਵਨ ਇਸੋ ਤੱਕ ਕਿ 1984 ਜਦੋਂ ਨਵੰਬਰ 1984 ਚ 110 ਸ਼ਹਿਰਾਂ ਦੇ ਵਿੱਚ ਜਿਹੜੇ ਸੀ ਸਿੱਖਾਂ ਤੇ ਤਸ਼ੱਦਦ ਹੋਇਆ ਸੀ, ਕਤਲ ਹੋਇਆ ਸੀ, ਟਾਇਰ ਪਾ ਕੇ ਸਾੜੇ ਗਏ ਸੀ, ਬਰਬਾਦ ਕੀਤੇ ਗਏ ਸੀ, ਉਸ ਟਾਈਮ ਤੇ ਬਾਲ ਠਾਕਰੇ ਨੇ ਕਿਹਾ ਸੀ ਮਹਾਰਾਸ਼ਟਰ ਦੇ ਵਿੱਚ ਕਿਸੇ ਵੀ ਸਿੱਖ ਨਾਲ ਕੋਈ ਜ਼ਿਆਦਤੀ ਨਹੀਂ ਹੋਊਗੀ, ਜੇ ਕਰੂਗਾ ਤਾਂ ਉਹ ਆਪਣੇ ਪੜ੍ਹੇ ਲਿਖਿਆ ਆਪਣਾ ਵਿਚਾਰ ਲੈ। ਇਸ ਕਰਕੇ ਬਹੁਤ ਘੱਟ ਸਿੱਖਾਂ ਨੂੰ ਉੱਥੇ ਵਧੀਕੀ ਹੋਈ ਸੀ। ਜੀ। ਹੁਣ ਬਾਲ ਠਾਕਰੇ ਦਾ ਜਿਹੜਾ ਇੱਕ ਉੱਥੋਂ ਦਾ ਪ੍ਰਧਾਨ ਅਸ਼ੋਕ ਤਿਵਾੜੀ, ਉਹ ਪਿਛਲੇ ਦਿਨੀ ਦਸੂਹੇ ਆਇਆ। ਦਸੂਹੇ ਆ ਕੇ ਉਹਨੇ ਕਿਹਾ ਵੀ ਸਿੱਖ ਜਿਹੜੇ ਉਹ ਸਾਡੇ ਭਰਾ ਨੇ, ਅਸੀਂ ਸਿੱਖਾਂ ਨੂੰ ਨਹੀਂ ਭੁਲਾ ਸਕਦੇ। ਸਿੱਖ ਗੁਰੂਆਂ ਦੀ ਬਦੌਲਤ ਅੱਜ ਅਸੀਂ ਹਾਂ। ਜੇ ਸਿੱਖ ਗੁਰੂ ਸਾਡੀ ਮਦਦ ਨਾ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਆਪਣਾ ਬਲੀਦਾਨ ਨਾ ਦਿੰਦੇ ਤੇ ਅੱਜ ਹਿੰਦੂ ਧਰਮ ਨਾ ਹੁੰਦਾ। ਜੀ। ਤੁਹਾਨੂੰ ਮੈਂ ਦੱਸਣ ਲੱਗਾ, ਛੋਟੀ ਜਿਹੀ ਗੱਲ ਹੋਰ ਕਰਦਾ ਜੀ। 1977 ਦੇ ਵਿੱਚ ਲੋਕ ਸਭਾ ਦੀ ਚੋਣ ਹੋਈ, ਉਸ ਟਾਈਮ ਤੇ ਵਿੱਚ ਇੱਕ ਲੁਧਿਆਣੇ 'ਚ ਰੈਲੀ ਹੋਈ ਸੀ। ਅੱਛਾ ਜੀ। ਰੈਲੀ ਬੜੀ ਵੱਡੀ ਹੋਈ ਸੀ। ਜਗਦੇਵ ਸਿੰਘ ਤਲਵੰਡੀ ਪ੍ਰਧਾਨ ਸਨ ਅਕਾਲੀ ਦਲ ਦੇ। ਜੀ। ਉਸ ਟਾਈਮ ਤੇ ਸਾਰੀ ਦੇਸ਼ ਤੋਂ ਲੀਡਰ ਆਏ ਸੀ, ਜੈ ਪ੍ਰਕਾਸ਼ ਨਾਰਾਇਣ ਵੀ ਆਇਆ ਸੀਗਾ। ਜਦੋਂ ਸਾਰੀਆਂ ਸਪੀਚਾਂ ਆਈਆਂ ਤੇ ਸਭ ਤੋਂ ਪਿੱਛੋਂ ਲਗਭਗ 1-2 ਬੁਲਾਰੇ ਰਹਿ ਗਏ ਸੀ, ਜੋ ਲਾਲੂ ਪ੍ਰਸਾਦ ਯਾਦਵ ਦੀ ਵਾਰੀ ਆਈ। ਲਾਲੂ ਪ੍ਰਸਾਦ ਯਾਦਵ ਕੀ ਕਹਿੰਦਾ ਜੀ? ਲੋਕ ਕੋਈ ਉਂਘ ਰਿਹਾ, ਕੋਈ ਸੌਂ ਰਿਹਾ, ਕੋਈ ਥੱਕ ਗਏ ਲੋਕੀ ਬੈਠੇ ਸਟੇਡੀਅਮ ਵਿੱਚ। ਉਹ ਕਹਿੰਦਾ ਆਪਣੀ ਸਟੇਜ ਤੇ ਆਇਆ, ਆਪਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਈ। फिर कहता जी मैं उस धरती तो आया हूं जहां सच पैदा हुआ था। मैं उस धरती से आया हूं जहां गुरु गोबिंद सिंह पैदा हुए थे। जे गुरु तेग बहादुर साहब ना होते, जे गुरु गोबिंद सिंह ना होते ते आज देशदार गुरचरण सिंह टौड़ा ना होता, आज प्रकाश सिंह बादल ना होता, सरजीत सिंह बरनाला ना होता, लालू प्रसाद ना होता, ते साढ़े जयप्रकाश नारायण ना होते। कहना फिर क्या होता? फिर लालू भी खां होता, ते टौड़ा भी खां होता, ते बादल भी खां होता, सब खां होते। इसलिए वो अशोक तिवाड़ी ने निगल कही भी सिखा ना जी साढ़े ते बड़ा तकड़ा हसान आ, सिख गुरुआं ने बदौलत अज से हिंदू धर्म जो सर्वाइव कर रहा वा। इस करके असीं ये पड़ताल करांगे भी पंजाब दे विचों किहड़ी शिव सेना वा जिहड़ी सिखां नाल जिहड़ी इहो जिहा आडा ला रही है, सिखां नूं परेशान कर रही है, सिख गुरुआं ते टिप्पणी कर रही है। लेकिन असीं कहांगे उहनूं करनी चाहिदी है। लेकिन दूजे पासे सुधीर सूरीया जी कोई शिव सेना दी कई तरह ने, कोई पंजाब है, कोई हिंदुस्तान है, कोई कुछ है, कोई कई बणियां इन्हां दी शिव सेना। ये हुण किहड़ी शिव सेना मैनूं नहीं पता जी। इन्हें पिछे दिनी संत भिंडरां वाले ते सिख गुरुआं ते दरबार साहिब ते कोई भद्दी टिप्पणी कीती जी सोशल मीडिया ते जी। ਉਹਦੇ ਜਵਾਬ ਦੇ ਵਿੱਚ ਭਿੰਦਰ ਸਿੰਘ ਜਿਹੜਾ 6 ਜੂਨ ਉਹਨੇ ਟਿੱਪਣੀ ਕਰਤੀ ਜੀ। ਜਦੋਂ ਉਹਨੇ ਟਿੱਪਣੀ ਕਰਤੀ ਤੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਜਦੋਂ ਉਹਨੂੰ ਗ੍ਰਿਫਤਾਰ ਕਰ ਲਿਆ, ਉਹਦੇ ਖਿਲਾਫ ਮੁਕੱਦਮਾ ਦਰਜ ਕਰਤਾ, ਉਹਨੂੰ ਸ਼ਾਇਦ ਅੱਜ ਪੇਸ਼ ਕਰਨਗੇ ਆਪਣੇ ਅਦਾਲਤ ਦੇ ਵਿੱਚ ਜੀ। ਫਿਰ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਉਹ ਸੁਧੀਰ ਦੇ ਘਰ ਸੁਧੀਰ ਦੇ ਘਰ ਕੇ ਚਲੀਆਂ ਵੀ ਇਹਨੂੰ ਗ੍ਰਿਫਤਾਰ ਕਰੋ, ਸਾਡਾ ਬੰਦਾ ਤੁਸੀਂ ਗ੍ਰਿਫਤਾਰ ਕਰ ਲਿਆ। ਪਹਿਲਾਂ ਤੇ ਪੁਲਿਸ ਲਿਪੂ ਟਿਪੂ ਕਰੇ, ਫਿਰ ਜਦੋਂ ਜਥੇਬੰਦੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਤੇ ਫਿਰ ਪੁਲਿਸ ਨੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੱਲ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਭੇਜ ਦਿੱਤਾ ਵਾ ਜੀ।
ਅਸੀਂ ਚਾਹੁੰਦੇ ਹਾਂ ਵੀ ਇਹਦੇ ਵਿੱਚ ਸਿਆਣਪ ਵਰਤੀ ਜਾਵੇ, ਦੋਵੇਂ ਤਰ੍ਹਾਂ ਸੰਯਮ ਰੱਖਣ। ਸੁਰਜੀਤ ਸੂਰੀ ਦਾ ਕੀ ਇੰਟਰਸਟ, ਕਿਹੜੀਆਂ ਏਜੰਸੀਆਂ ਤੇ ਕੋ ਕਰਾ ਰਹੀਆਂ, ਕਿਉਂ ਕਰਾ ਰਹੀਆਂ, ਸਿਰਫ ਜਿਹੜੀ ਸੁਰੱਖਿਆ ਲੈਣੀ ਕੋਈ ਵੱਡੀ ਗੱਲ ਨਹੀਂ ਹੁੰਦੀ। ਸੁਰੱਖਿਆ ਲੈ 4 ਸਪਾਈ ਕੁਝ ਨਹੀਂ ਹੋਣ ਲੱਗਾ ਜੀ। ਤੁਹਾਨੂੰ ਪਤਾ ਨਾ 2019 ਚ ਕੀ ਹੋਇਆ ਸੀਗਾ ਜੀ। ਜਦੋਂ ਜਗਤਾਰ ਸਿੰਘ ਹਵਾਰਾ 3 ਭੁਗਤ ਰਹੇ ਸੀ ਚੰਡੀਗੜ੍ਹ, ਜੀ। ਉਦੋਂ ਨਿਸ਼ਾਂਤ ਸ਼ਰਮਾ ਜਿਹੜਾ ਸ਼ਿਵ ਸੈਨਾ ਵਾਲਾ ਸੀਗਾ, ਜੀ। ਜੀ। ਉਹ ਗਾਹ ਕੇ ਗੱਲ ਪੈਣ ਲੱਗਾ ਸੀ, ਉਹਨੇ ਚਪੇੜ ਮਾਰੀ ਤੇ 3 ਬਾਜ਼ੀਆਂ ਲੱਗੀਆਂ ਸੀ ਉਹਦੀਆਂ। ਇਸੇ ਕਰਕੇ ਮੇਰਾ ਕਹਿਣ ਤੋਂ ਭਾਵ ਆ ਵੀ ਇਹ ਜਿਹੜੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਸੁਰਜੀਤ ਸੂਰੀ ਨੂੰ ਕੋਈ ਅਧਿਕਾਰ ਨਹੀਂ ਵੀ ਉਹ ਸਿੱਖ ਗੁਰੂਆਂ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ ਜਾਂ ਕੋਈ ਸੰਤ ਭਿੰਡਰਾਂ ਤੇ ਜਿਹੋ ਜਿਹਾ ਅਟੈਕ ਕਰੇ। ਬਿਲਕੁਲ ਬਿਲਕੁਲ। ਪੱਟੀ ਸਾਹਿਬ, ਸਮਾਂ ਆਪਣੇ ਕੋਲ ਥੋੜਾ ਜਾਂਦੇ ਜਾਂਦੇ, ਨਵਜੋਤ ਸਿੰਘ ਸਿੱਧੂ ਦਾ ਕੋਈ ਮਾਮਲਾ ਨਿਬੜੇਗਾ ਜਾਂ ਨਹੀਂ ਨਿਬੜੇਗਾ? ਵਾਕਿਆ ਹੀ ਉਹਨਾਂ ਨੂੰ ਕੋਈ ਅਹੁਦਾ ਮਿਲੇਗਾ ਜਾਂ ਬਾਰ-ਬਾਰ ਉਹਨਾਂ ਨੂੰ ਖਾਲੀ ਤੋਰ ਦਿੱਤਾ ਜਾਂਦਾ? ਨਵਜੋਤ ਸਿੰਘ ਸਿੱਧੂ ਨੇ ਕੋਈ ਵੀ ਅਹੁਦੇ ਦੀ ਮੰਗ ਨਹੀਂ ਕੀਤੀ ਜੀ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਦੀ ਮੰਗ ਨਹੀਂ ਕੀਤੀ। ਨਵਜੋਤ ਸਿੰਘ ਸਿੱਧੂ ਨੇ ਇਹ ਵੀ ਮੰਗ ਨਹੀਂ ਕੀਤੀ ਵੀ ਕੈਪਟਨ ਨੂੰ ਤੁਸੀਂ ਲਾਓ ਤੇ ਮੇਰੀ ਗੱਲ ਕਰੋ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਮੁੱਦਿਆਂ ਦੀ ਗੱਲ ਕੀਤੀ ਹੈ। ਜੀ। ਉਹਦੀ ਘਰਵਾਲੀ ਨੇ ਬਿਆਨ ਦਿੱਤਾ ਸੀ ਵੀ ਮੇਰੇ ਪਤੀ ਨੇ 30 ਕਰੋੜ ਰੁਪਇਆ ਸਾਲਾਨਾ ਛੱਡਿਆ ਵਾ ਜੀ ਪੰਜਾਬ ਦੀ ਖਾਤਰ। ਪੰਜਾਬ ਦੀ ਖਾਤਰ ਰਾਜ ਸਭਾ ਛੱਡੀ ਆ, ਪੰਜਾਬ ਦੀ ਖੱਲਾ ਬੀਜੇਪੀ ਛੱਡੀ ਆ ਜੀ, ਪੰਜਾਬ ਦੀ ਖਾਤਰ ਕਾਲੀਆਂ ਨੇ ਵਿਗਾੜੀ ਆ ਜੀ। ਇਸ ਕਰਕੇ ਉਹ ਜਿਹੜੀ ਗੱਲ ਕਰਦੇ ਨੇ ਨਵਜੋਤ ਸਿੰਘ ਸਿੱਧੂ ਨੇ ਕੋਈ ਮੰਗ ਨਹੀਂ ਕੀਤੀ। ਇਹ ਸਿਰਫ ਜਿਹੜੀਆਂ ਸਾਡੀਆਂ ਅਖਬਾਰੀ ਗੱਲਾਂ ਉਹ ਨੇ ਜੀ। ਲੇਕਿਨ ਉਮੀਦ ਆ ਜੋ ਸਰਵੇ ਸੈਂਟਰ ਹਾਈ ਕਮਾਂਡ ਨੇ ਕਰਾਇਆ ਕਾਂਗਰਸ ਨੇ ਜੀ, ਉਹਦੇ ਵਿੱਚ ਸੈਂਟਰ ਦੇ ਵਿੱਚ ਜਿਹੜਾ ਇੱਕ ਗੱਲ ਸਾਹਮਣੇ ਆ ਗਈ ਆ ਵੀ ਜੇ ਕਿਤੇ ਇਲੈਕਸ਼ਨ ਜਿੱਤਣੀ ਆ ਤੇ ਉਹਦੇ ਵਿੱਚ ਸਿੱਧੂ ਨੂੰ ਅੱਗੇ ਲਾਉਣਾ ਬਹੁਤ ਜ਼ਰੂਰੀ ਆ ਜੀ, ਕਿਉਂ ਸਿੱਧੂ ਕਰਾਊਡ ਪੁੱਲਰ ਆ। ਨੌਜਵਾਨ ਅੱਜ ਵੀ ਸਿੱਧੂ ਨਾਲ ਆ। ਸਿੱਧੂ ਕੋਈ ਪੰਜਾਬ ਦੀ ਜਾਂ ਦੇਸ਼ ਦੀ ਨਹੀਂ, ਇੰਟਰਨੈਸ਼ਨਲ ਸ਼ਖਸੀਅਤ ਆ। ਉਹਦੇ 2 ਗੱਲਾਂ ਹੈਗੀਆਂ, ਇਮਾਨਦਾਰੀ ਵੀ ਹੈ ਤੇ ਕਰਾਊਡ ਪੁੱਲਰ ਵੀ ਆ। ਤੇ ਪੰਜਾਬ ਦੇ ਲੋਕ ਇੱਕ ਵਾਰੀ ਮੌਕਾ ਜ਼ਰੂਰ ਦਿੰਦੇ ਹੁੰਦੇ ਹਰ ਕਿਸੇ ਨੂੰ ਜੀ। ਇਸ ਕਰਕੇ ਉਮੀਦ ਆ ਵੀ ਸਿੱਧੂ ਨੂੰ ਜਿਹੜਾ ਆਉਣ ਵਾਲੇ ਦਿਨਾਂ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇਗਾ ਜੀ। ਕੱਲ ਜਿਹੜੀ ਕੈਪਟਨ ਸਾਹਿਬ ਨੇ ਬਾਹਰ ਕੇ ਗੱਲ ਕੀਤੀ ਹੈ, ਉਹਨਾਂ ਕਈ ਸਮਾਜਿਕ ਵੀ, ਧਾਰਮਿਕ ਵੀ, ਰਾਜਸੀ ਵੀ ਸਾਰੇ ਮੁੱਦੇ ਵਿਚਾਰੇ ਗਏ ਜੀ। ਜਿਹੜਾ 18 ਦਾ ਕਾਤੀ ਪ੍ਰੋਗਰਾਮ ਸੀ ਉੱਤੇ ਵੀ ਗੱਲਬਾਤ ਹੋਈ ਹੈ। 80 ਮਿੰਟ ਉਹਨਾਂ ਗੱਲ ਕੀਤੀ ਸੋਨੀਆ ਗਾਂਧੀ ਨਾਲ ਜੀ। ਜਦੋਂ ਸਿੱਧੂ ਬਾਰੇ ਪੁੱਛਿਆ ਜੀ, ਉਹ ਕਹਿੰਦੇ ਜੀ ਸਿੱਧੂ ਸਾਹਿਬ ਬਾਰੇ ਮੈਂ ਕੁਝ ਨਹੀਂ ਕਹਿਣਾ। ਜਦੋਂ ਸਿੱਧੂ ਸਾਹਿਬ ਕਹਿਤਾ ਤੇ ਕੁਛ ਨਾ ਪਤਾ ਲੱਗ ਗਿਆ ਵੀ ਕਿਤੋਂ ਕੋਈ ਸਿੱਧੂ ਨੂੰ ਕੋਈ ਨਾ ਕੋਈ ਮਿਲਣ ਵਾਲਾ ਜੀ। ਬਿਲਕੁਲ। ਸੋ ਬਿਲਕੁਲ ਅੱਜ ਦੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਇੰਨਾ ਹੀ ਖਬਰਾਂ ਦੇ ਉੱਤੇ ਚਰਚਾ ਹੋਈ ਤੇ ਕਾਫੀ ਅਹਿਮ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਸਾਹਮਣੇ ਰੱਖੀਆਂ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।